ਹਾਂਜੀ ਸਟੂਡੈਂਟਸ, ਅੱਜ ਅਸੀਂ ਆਪਣੀ +2 ਕਲਾਸ ਇੰਗਲਿਸ਼ ਇਲੈਕਟਿਵ ਦੇ 6ਵੇਂ ਚੈਪਟਰ ਦਾ ਫੈਂਸੀ ਡਰੈਸ ਸ਼ੋ ਜੋ ਕਿ ਇੱਕ ਪੋਇਮ ਹੈ ਅਤੇ ਇਸ ਪੋਇਮ ਨੂੰ ਕਮਲਾ ਦਾਸ ਨੇ ਲਿਖਿਆ ਹੋਇਆ ਹੈ। ਇਸ ਪੋਇਮ ਦੀ ਅੱਜ ਆਪਾਂ ਕੰਪਰੀਹੈਂਸਿਵ ਪੈਰਾਫਰੇਜ਼ ਅਤੇ ਐਕਸਪਲੇਨੇਸ਼ਨ ਕਵਰ ਕਰਾਂਗੇ। ਇਹ ਵੀਡੀਓ ਇਸ ਪੋਇਮ ਦੀ ਸੀਰੀਜ਼ ਦਾ ਸਾਡਾ ਪਹਿਲਾ ਵੀਡੀਓ ਹੋਏਗਾ। ਤਾਂ ਸਟੂਡੈਂਟਸ, ਜਿਵੇਂ ਕਿ ਸਾਡਾ ਦ ਲਿਟਰੇਰੀ ਪੈਟਲਸ ਦਾ 6ਵਾਂ ਚੈਪਟਰ ਦਾ ਫੈਂਸੀ ਡਰੈਸ ਸ਼ੋ ਇੱਕ ਪੋਇਮ ਜਿਸ ਨੂੰ ਕਿ ਕਮਲਾ ਦਾਸ ਨੇ ਲਿਖਿਆ ਹੋਇਆ ਹੈ, ਇਸ ਦਾ ਅਸੀਂ ਪਹਿਲਾਂ ਇੰਟਰੋਡਕਟਰੀ ਪੈਰਾਗ੍ਰਾਫ ਪੜ੍ਹ ਲੈਂਦੇ ਹਾਂ। Kamala Das, born 1934, who lives in Mumbai, writes both in Malayalam and English. ਕਮਲਾ ਦਾਸ ਜਿਨ੍ਹਾਂ ਦਾ ਕਿ ਜਨਮ 1934 ਈਸਵੀ ਵਿੱਚ ਹੋਇਆ, ਮੁੰਬਈ 'ਚ ਰਹਿੰਦੇ ਸੀਗੇ ਜੀ ਇਹ, ਅਤੇ ਇਹ ਮਲਿਆਲਮ ਲੈਂਗੁਏਜ ਅਤੇ ਇੰਗਲਿਸ਼ ਲੈਂਗੁਏਜ ਦੋਨਾਂ ਦੇ ਵਿੱਚ ਇਹਨਾਂ ਨੇ ਲਿਖਿਆ ਹੈ। She was honored with the Kerala Sahitya Academy Prize in 1967 for her collection of short stories entitled Thanupu the Cold. ਤਾਂ ਇਹਨਾਂ ਨੂੰ 1967 ਈਸਵੀ ਦੇ ਵਿੱਚ ਕੇਰਲਾ ਸਾਹਿਤਿਆ ਅਕੈਡਮੀ ਪ੍ਰਾਈਜ਼, ਜੋ ਕਿ ਕਾਫੀ ਜ਼ਿਆਦਾ ਮਸ਼ਹੂਰ ਪ੍ਰਾਈਜ਼ ਹੈ, ਇਹ ਕੇਰਲਾ ਸਰਕਾਰ ਵੱਲੋਂ ਦਿੱਤਾ ਜਾਂਦਾ ਹੈ। ਤਾਂ ਇਹਨਾਂ ਨੂੰ ਇਹਨਾਂ ਦੀ ਇੱਕ ਸ਼ਾਰਟ ਸਟੋਰੀਜ਼ ਦੀ ਕਲੈਕਸ਼ਨ ਸੀ ਜਿਸ ਦਾ ਕਿ ਨਾਮ ਸੀ ਥਾਨੂਪੂ। ਥਾਨੂਪੂ ਇਹਨਾਂ ਦੀ ਮਲਿਆਲਮ ਲੈਂਗੁਏਜ ਦੇ ਵਿੱਚ ਹੈ, ਜਿਸ ਦਾ ਕਿ ਇੰਗਲਿਸ਼ ਦੇ ਵਿੱਚ ਇਸ ਦਾ ਮਤਲਬ ਆਉਂਦਾ ਹੈ ਦਾ ਕੋਲਡ। ਤਾਂ ਉਹਨਾਂ ਦੇ ਲਈ ਇਹਨਾਂ ਨੂੰ ਕੇਰਲਾ ਸਾਹਿਤਿਆ ਅਕੈਡਮੀ ਪ੍ਰਾਈਜ਼ ਮਿਲਿਆ। ਸ਼ੀ ਹੈਜ਼ ਪਬਲਿਸ਼ਡ 3 ਵੋਲੀਅਮਸ ਆਫ ਵਰਸ। ਪਰੰਤੂ ਇਹਨਾਂ ਦੀ ਜੋ ਪਛਾਣ ਹੈ ਉਹ ਜ਼ਿਆਦਾ ਇਹਨਾਂ ਦੀ ਪੋਇਟਰੀ ਕਰਕੇ ਹੈ, ਅਤੇ ਇਹਨਾਂ ਨੇ ਆਪਣੀਆਂ ਪੋਇਟਰੀ ਦੀਆਂ 3 ਵੋਲੀਅਮਸ ਪਬਲਿਸ਼ ਕੀਤੇ ਹੈ। ਵਰਸ ਦਾ ਮਤਲਬ ਇੱਥੇ ਪੋਇਟਰੀ ਤੋਂ ਹੈ। ਸ਼ੀ ਵਨ ਦਾ ਪੋਇਟਰੀ ਅਵਾਰਡ ਆਫ ਦਾ ਏਸ਼ੀਅਨ ਪੈਨ ਐਂਥੋਲੋਜੀ ਇਨ 1964। ਤਾਂ ਇਹਨਾਂ ਨੂੰ 1964 ਈਸਵੀ ਦੇ ਵਿੱਚ ਦਾ ਏਸ਼ੀਅਨ ਪੈਨ ਐਂਥੋਲੋਜੀ ਦੇ ਵੱਲੋਂ ਪੋਇਟਰੀ ਅਵਾਰਡ ਵੀ ਮਿਲਿਆ ਹੈ। ਹਰ ਪੋਇਟਰੀ ਬੁੱਕਸ ਆਰ ਸਮਰ ਇਨ ਕੈਲਕਟਾ 1965, ਦਾ ਡਿਸੈਂਡੈਂਟਸ 1967 ਐਂਡ ਦਾ ਓਲਡ ਪਲੇ ਹਾਊਸ ਐਂਡ ਅਦਰ ਪੋਇਮਸ। ਤਾਂ ਜਿਹੜੀਆਂ ਇਹਨਾਂ ਦੀਆਂ 3 ਵੋਲੀਅਮਸ ਨੇ ਪੋਇਟਰੀ ਦੀਆਂ, ਉਹ ਹਨ ਸਮਰ ਇਨ ਕੈਲਕਟਾ ਜੋ ਕਿ 1965 ਦੇ ਵਿੱਚ ਪਬਲਿਸ਼ ਹੋਈ, ਦਾ ਡਿਸੈਂਡੈਂਟਸ 1967 ਦੇ ਵਿੱਚ ਪਬਲਿਸ਼ ਹੋਈ, ਅਤੇ ਇੱਕ ਹੋਰ ਹੈ ਪੋਇਮਸ ਦੀ ਬੁੱਕ ਦਾ ਓਲਡ ਪਲੇ ਹਾਊਸ ਐਂਡ ਅਦਰ ਪੋਇਮਸ। ਸ਼ੀ ਇਜ਼ ਅਕਲੇਮਡ ਐਜ਼ ਵਨ ਆਫ ਦਾ ਮੋਸਟ ਆਊਟਸਟੈਂਡਿੰਗ ਇੰਡੀਅਨ ਪੋਇਟਸ ਇਨ ਇੰਗਲਿਸ਼। ਤਾਂ ਇਹਨਾਂ ਨੂੰ ਜਾਣਿਆ ਜਾਂਦਾ ਹੈ ਸਾਡੇ ਭਾਰਤ ਦੇ ਵਿੱਚ ਸਭ ਤੋਂ ਵਧੀਆ ਇੰਡੀਅਨ ਪੋਇਟਸ ਦੇ ਵਿੱਚੋਂ ਇੱਕ ਦੇ ਨਾਮ ਨਾਲ ਇਹਨਾਂ ਨੂੰ ਜਾਣਿਆ ਜਾਂਦਾ ਹੈ। ਸ਼ੀ ਇਜ਼ ਅਵੇਅਰ ਆਫ ਦਾ ਵਰਲਡ ਅਰਾਊਂਡ ਹਰ ਐਂਡ ਸ਼ੀ ਗਿਵਸ ਐਕਸਪ੍ਰੈਸ਼ਨ ਟੂ ਮਾਡਰਨ ਇੰਡੀਅਨ ਵਿਮਨਸ ਥਾਟਸ, ਫੀਲਿੰਗਸ ਐਂਡ ਪ੍ਰੈਡਿਕੇਮੈਂਟਸ। ਇਹਨਾਂ ਨੂੰ ਆਪਣੇ ਆਲੇ ਦੁਆਲੇ ਜੋ ਸੰਸਾਰ ਹੋ ਰਿਹਾ ਸੀ ਉਸ ਦੇ ਬਾਰੇ ਪੂਰੀ ਜਾਣਕਾਰੀ ਸੀ, ਅਤੇ ਇਹਨਾਂ ਨੇ ਉਸੇ ਜਾਣਕਾਰੀ ਨੂੰ ਐਕਸਪ੍ਰੈਸ ਕੀਤਾ ਹੈ ਆਪਣੀਆਂ ਰਚਨਾਵਾਂ ਦੇ ਵਿੱਚ, ਅਤੇ ਉਹਨਾਂ ਦੇ ਵਿੱਚ ਇਹਨਾਂ ਨੇ ਅਜੋਕੀ ਭਾਰਤੀ ਵਿਮਨਸ ਦੀਆਂ ਜਿਹੜੀਆਂ ਵਿਚਾਰ ਨੇ ਜਾਂ ਫੀਲਿੰਗਸ ਨੇ, ਉਹ ਕੀ ਸੋਚਦੀ ਹੈ, ਕੀ ਮਹਿਸੂਸ ਕਰਦੀ ਹੈ ਭਾਰਤੀ ਔਰਤ, ਅਤੇ ਪ੍ਰੈਡਿਕੇਮੈਂਟਸ ਦਾ ਮਤਲਬ ਹੁੰਦਾ ਬੱਚੋ ਇੱਕ ਡਿਫਿਕਲਟ ਸਿਚੁਏਸ਼ਨ ਜਿਸ ਦੇ ਵਿੱਚੋਂ ਨਿਕਲਣਾ ਬੜਾ ਔਖਾ ਹੈ। ਸਾਡੀਆਂ ਭਾਰਤੀ ਔਰਤਾਂ ਨੂੰ ਕਈ ਵਾਰੀ ਅਜਿਹੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਨ੍ਹਾਂ ਦਾ ਉਹਨਾਂ ਨੂੰ ਕੋਈ ਹੱਲ ਨਜ਼ਰ ਨਹੀਂ ਆਉਂਦਾ। ਤਾਂ ਅਜਿਹੇ ਥੀਮਸ ਦੇ ਨਾਲ ਇਹਨਾਂ ਨੇ ਆਪਣੀਆਂ ਰਚਨਾਵਾਂ ਲਿਖੀਆਂ ਨੇ। ਹਰ ਆਟੋਬਾਇਓਗ੍ਰਾਫੀ ਮਾਈ ਸਟੋਰੀ ਬ੍ਰਿੰਗਸ ਆਊਟ ਦਾ ਪਰਸਿਸਟੈਂਟ ਪ੍ਰੀਓਕਿਊਪੇਸ਼ਨਸ ਆਫ ਹਰ ਪੋਇਟਰੀ। ਤਾਂ ਇਹਨਾਂ ਨੇ ਇੱਕ ਆਪਣੀ ਸਵੈ ਜੀਵਨੀ ਲਿਖੀ ਹੈ ਜੀ ਜਿਸ ਦਾ ਨਾਮ ਹੈ ਮਾਈ ਸਟੋਰੀ, ਅਤੇ ਉਸ ਦੇ ਵਿੱਚ ਸਾਨੂੰ ਪਤਾ ਲੱਗਦਾ ਹੈ ਕਿ ਇਹ ਪੋਇਟਰੀ ਨਾਲ ਕਿੰਨੇ ਜ਼ਿਆਦਾ ਲਗਾਵ ਰੱਖਦੇ ਸੀ। ਤਾਂ ਸਟੂਡੈਂਟਸ, ਮੈਂ ਇੱਥੇ ਦੱਸਣਾ ਚਾਹਾਂਗਾ ਕਿ 2009 ਈਸਵੀ ਦੇ ਵਿੱਚ ਕਮਲਾ ਦਾਸ ਦੀ ਡੈਥ ਹੋ ਚੁੱਕੀ ਹੈ। ਇਹਨਾਂ ਦਾ ਇੱਕ ਹੋਰ ਨਾਮ ਵੀ ਹੈ ਕਮਲਾ ਸੁਰਈਆ, ਕਿਉਂਕਿ ਬਾਅਦ ਦੇ ਵਿੱਚ ਇਹਨਾਂ ਨੇ ਇਸਲਾਮ ਧਰਮ ਅਪਣਾ ਲਿਆ ਸੀ ਅਤੇ ਆਪਣਾ ਨਾਮ ਇਹਨਾਂ ਨੇ ਕਮਲਾ ਸੁਰਈਆ ਰੱਖਿਆ ਸੀ। ਸਟੂਡੈਂਟਸ, ਮੈਂ ਇੱਥੇ ਦੱਸਣਾ ਚਾਹਾਂਗਾ ਕਿ ਅਸੀਂ 12ਵੀਂ ਕਲਾਸ ਇੰਗਲਿਸ਼ ਇਲੈਕਟਿਵ ਦੇ ਅਪ੍ਰੈਲ ਐਂਡ ਮਈ ਦਾ ਸਾਰਾ ਸਿਲੇਬਸ ਕਵਰ ਕਰ ਚੁੱਕੇ ਹਾਂ। ਇਸ ਦੇ ਵਿੱਚ ਤੁਹਾਡੀ ਬੁੱਕ ਡੀਅਰ ਟੂ ਆਲ ਦਾ ਮਿਊਜ਼ਿਸ ਦੇ ਸਾਰੇ ਚੈਪਟਰ, ਜਿਨ੍ਹਾਂ ਵਿੱਚ ਕਿ ਪਹਿਲਾ ਚੈਪਟਰ ਵਾਰੀਅਰ ਅਗੇਂਸਟ ਵੀਡਸ, ਸੈਕੰਡ ਚੈਪਟਰ ਆ ਮੋਸਟ ਫੋਰਗਿਵਿੰਗ ਏਪ, ਥਰਡ ਚੈਪਟਰ ਯੰਗ ਤਰਕਿਸ਼ ਕੈਟਾਸਟ੍ਰਫੀ, ਫੋਰਥ ਚੈਪਟਰ ਆ ਟਾਈਨੀ ਸੈਂਚੁਰੀ ਸ਼ਾਮਿਲ ਨੇ। ਇਹਨਾਂ ਚਾਰੇ ਲੈਸਨਸ ਦੀ ਮੈਂ ਕੰਪਰੀਹੈਂਸਿਵ ਐਕਸਪਲੇਨੇਸ਼ਨ ਅਤੇ ਕੁਐਸਚਨ ਆਨਸਰਸ ਦੇ ਵੀਡੀਓ ਤੁਹਾਡੇ ਨਾਲ ਮੈਂ ਸ਼ੇਅਰ ਕਰ ਚੁੱਕਿਆ ਹਾਂ। ਇਸੇ ਤਰ੍ਹਾਂ ਤੁਹਾਡੀ ਸੈਕਿੰਡ ਬੁੱਕ ਦਾ ਲਿਟਰੇਰੀ ਪੈਟਲਸ ਦੇ ਚੈਪਟਰਸ, ਜਿਵੇਂ ਕਿ ਪਹਿਲਾ ਚੈਪਟਰ ਹਿੰਦ ਕੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਅਤੇ 4th ਚੈਪਟਰ ਦਾ ਗੈਂਬਲਿੰਗ ਮੈਚ ਸ਼ਾਮਿਲ ਨੇ। ਇਹਨਾਂ ਦੋਨੇ ਚੈਪਟਰਸ ਦੇ ਮੈਂ ਕੰਪਰੀਹੈਂਸਿਵ ਐਕਸਪਲੇਨੇਸ਼ਨ ਦੇ ਵੀਡੀਓਜ਼ ਅਤੇ ਕੁਐਸਚਨ ਆਨਸਰਸ ਦੇ ਵੀਡੀਓਜ਼ ਤੁਹਾਡੇ ਨਾਲ ਸ਼ੇਅਰ ਕਰ ਚੁੱਕਿਆ ਹਾਂ। ਇਸੇ ਤਰ੍ਹਾਂ ਇਸੇ ਬੁੱਕ ਦੀਆਂ ਕੁਝ ਪੋਇਮਸ ਨੇ ਜਿਨ੍ਹਾਂ ਦੇ ਵਿੱਚ ਤੁਹਾਡੀ ਪਹਿਲੀ ਪੋਇਮ ਹੈ ਬੋਰਡਰ ਗਾਰਡਸ, ਦੂਸਰੀ ਪੋਇਮ ਹੈ ਮਾਈ ਹਾਰਟ ਲੀਪਸ ਵੈਨ ਆਈ ਬਿਹੋਲਡ, ਅਤੇ ਤੀਸਰੀ ਪੋਇਮ ਹੈ ਦਾ ਕੁਆਲਿਟੀ ਆਫ ਮਰਸੀ। ਇਹ ਸਾਰੀਆਂ ਪੋਇਮਸ ਦੀ ਕੰਪਰੀਹੈਂਸਿਵ ਐਕਸਪਲੇਨੇਸ਼ਨ ਅਤੇ ਪੈਰਾਫਰੇਜ਼ ਅਤੇ ਨਾਲ ਹੀ ਇਹਨਾਂ ਦੇ ਕੁਐਸਚਨ ਆਨਸਰਸ ਦੇ ਵੀਡੀਓ ਤੁਹਾਡੇ ਨਾਲ ਮੈਂ ਸ਼ੇਅਰ ਕਰ ਚੁੱਕਿਆ ਹਾਂ।
ਇਸੇ ਤਰ੍ਹਾਂ ਸਟੂਡੈਂਟਸ ਅਸੀਂ +2 ਕਲਾਸ ਇੰਗਲਿਸ਼ ਇਲੈਕਟਿਵ ਦੇ ਜੁਲਾਈ ਅਤੇ ਅਗਸਤ ਦੇ ਸਿਲੇਬਸ ਦੇ ਵੀ ਕੁਝ ਚੈਪਟਰਸ ਕਵਰ ਕਰ ਲਏ ਨੇ, ਜਿਨ੍ਹਾਂ ਦੇ ਵਿੱਚੋਂ ਡੀਅਰ ਟੂ ਆਲ ਦਾ ਮਿਊਜ਼ਿਕ ਦਾ 5th ਚੈਪਟਰ ਹੈ ਜੀ ਮਨੋ ਮਾਜਰਾ। ਇਸੇ ਤਰ੍ਹਾਂ ਤੁਹਾਡੀ ਦ ਲਿਟਰੇਰੀ ਪੈਟਲਸ ਦਾ 7ਵਾਂ ਚੈਪਟਰ ਹੈ ਦ ਇਟਰਨਲ ਵਾਈ। ਤਾਂ ਇਹਨਾਂ ਦੋਨਾਂ ਚੈਪਟਰਸ ਦੇ ਮੈਂ ਕੰਪਰੀਹੈਂਸਿਵ ਐਕਸਪਲੇਨੇਸ਼ਨ, ਇਹਨਾਂ ਦੇ ਕੁਐਸਚਨ ਆਨਸਰਸ ਦੇ ਵੀਡੀਓਜ਼ ਤੁਹਾਡੇ ਨਾਲ ਸ਼ੇਅਰ ਕਰ ਚੁੱਕਿਆ ਹਾਂ। ਉਮੀਦ ਹੈ ਬੱਚਿਓ ਤੁਸੀਂ ਇਹ ਸਾਰੇ ਵੀਡੀਓਜ਼ ਦੇਖੇ ਹੋਣਗੇ। ਜੇਕਰ ਤੁਹਾਡੇ ਵੀਡੀਓਜ਼ ਮਿਸ ਹੋਏ ਹਨ ਤਾਂ ਮੈਂ ਤੁਹਾਨੂੰ ਸਕਰੀਨ ਦੇ ਟੌਪ ਰਾਈਟ ਕਾਰਨਰ ਦੇ ਉੱਪਰ +2 ਕਲਾਸ ਇੰਗਲਿਸ਼ ਇਲੈਕਟਿਵ ਦੀ ਪਲੇਲਿਸਟ ਦਾ ਲਿੰਕ ਪ੍ਰੋਵਾਈਡ ਕਰ ਰਿਹਾ ਹਾਂ, ਜਿਸ ਤੇ ਜਾ ਕੇ ਤੁਸੀਂ ਇਹ ਸਾਰੇ ਵੀਡੀਓਜ਼ ਦੇਖ ਸਕਦੇ ਹੋ। ਤਾਂ ਸਟੂਡੈਂਟਸ ਅਸੀਂ ਪਹਿਲਾਂ ਇਸ ਪੋਇਮ ਦੇ ਨਾਮ ਵੱਲ ਥੋੜ੍ਹਾ ਜਿਹਾ ਧਿਆਨ ਦਿੰਦੇ ਹਾਂ। ਤਾਂ ਇਸ ਪੋਇਮ ਦਾ ਨਾਮ ਕਮਲਾ ਦਾਸ ਨੇ ਰੱਖਿਆ ਹੈ ਦ ਫੈਂਸੀ ਡਰੈਸ ਸ਼ੋ। ਤਾਂ ਬੱਚਿਓ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਫੈਂਸੀ ਡਰੈਸ ਸ਼ੋ ਦੇਖਿਆ ਹੋਣਾ ਜ਼ਰੂਰ। ਛੋਟੇ ਬੱਚੇ ਆਮ ਤੌਰ 'ਤੇ ਫੈਂਸੀ ਡਰੈਸ ਕੰਪੀਟੀਸ਼ਨ ਦੇ ਵਿੱਚ ਪਾਰਟੀਸਪੇਟ ਕਰਦੇ ਨੇ। ਉਹ ਤਰ੍ਹਾਂ ਤਰ੍ਹਾਂ ਦੇ ਕੱਪੜੇ ਪਾ ਕੇ ਆਉਂਦੇ ਨੇ, ਕਿਸੇ ਦਾ ਰੂਪ ਬਣਾ ਕੇ ਆਉਂਦੇ ਨੇ। ਤਾਂ ਬਿਲਕੁਲ ਇਹ ਪੋਇਮ ਵੀ ਕਮਲਾ ਦਾਸ ਨੇ ਇਸੇ ਲਿਹਾਜ਼ ਨਾਲ ਹੀ ਲਿਖੀ ਹੈ। ਤਾਂ ਇਹ ਪੋਇਮ ਨਾ ਇੱਕ ਤਰ੍ਹਾਂ ਦੀ ਸੋਸ਼ਲ ਸੈਟਾਇਰ ਹੈ। ਤਾਂ ਸੋਸ਼ਲ ਸੈਟਾਇਰ ਕੀ ਹੁੰਦਾ ਬੱਚਿਓ? ਸੈਟਾਇਰ ਦਾ ਮਤਲਬ ਹੁੰਦਾ ਬੱਚਿਓ ਪੰਜਾਬੀ 'ਚ ਵਿਅੰਗ। ਤਾਂ ਜਦੋਂ ਸਮਾਜ ਦੇ ਉੱਪਰ ਵਿਅੰਗ ਕੀਤਾ ਜਾਂਦਾ ਤਾਂ ਅਸੀਂ ਉਸ ਨੂੰ ਇੰਗਲਿਸ਼ ਕਹਿੰਦੇ ਹਾਂ ਸੋਸ਼ਲ ਸੈਟਾਇਰ। ਹੁਣ ਵਿਅੰਗ ਦਾ ਮਤਲਬ ਹਾਸਾ ਨਹੀਂ ਹੁੰਦਾ ਬੱਚਿਓ। ਵਿਅੰਗ ਹਮੇਸ਼ਾ ਪੋਜ਼ਿਟਿਵ ਵੇ ਨਾਲ ਕੀਤਾ ਜਾਂਦਾ ਤਾਂ ਕਿ ਅਸੀਂ ਜਿਸ ਚੀਜ਼ ਦੇ ਉੱਪਰ ਵਿਅੰਗ ਕਰ ਰਹੇ ਹਾਂ, ਸੈਟਾਇਰ ਕਰ ਰਹੇ ਹਾਂ, ਤਾਂ ਉਸ ਚੀਜ਼ ਦੇ ਵਿੱਚ ਕੁਝ ਚੰਗਾਪਨ ਆਵੇ, ਉਸ ਦੇ ਵਿੱਚ ਬੁਰਾਈ ਦੂਰ ਹੋਵੇ। ਤਾਂ ਇਸ ਤਰੀਕੇ ਦੇ ਨਾਲ ਸੈਟਾਇਰ ਕੀਤਾ ਜਾਂਦਾ। ਤਾਂ ਇਸ ਪੋਇਮ ਦੇ ਵਿੱਚ ਕਮਲਾ ਦਾਸ ਨੇ ਸੋਸਾਇਟੀ ਦੇ ਉੱਪਰ ਵਿਅੰਗ ਕੀਤਾ ਹੈ, ਸੈਟਾਇਰ ਕੀਤਾ ਹੈ। ਹੁਣ ਸੋਸਾਇਟੀ ਵਿੱਚ ਤਰ੍ਹਾਂ ਤਰ੍ਹਾਂ ਦੇ ਲੋਕ ਨੇ ਬੱਚਿਓ, ਜਿਹੜੇ ਕਿ ਆਪਣਾ ਅਸਲ ਛੁਪਾ ਕੇ ਹੋਰ ਹੀ ਰੂਪ ਧਾਰਨ ਕਰੀ ਫਿਰਦੇ ਨੇ। ਜਿਵੇਂ ਇੱਕ ਬੱਚਾ ਫੈਂਸੀ ਡਰੈਸ ਕੰਪੀਟੀਸ਼ਨ ਦੇ ਵਿੱਚ ਆਪਣਾ ਅਸਲੀ ਰੂਪ ਛੁਪਾ ਕੇ ਕਿਸੇ ਹੋਰ ਦਾ ਰੂਪ ਧਾਰ ਕੇ ਆਉਂਦਾ ਹੈ, ਬਿਲਕੁਲ ਇਸੇ ਤਰ੍ਹਾਂ ਕਮਲਾ ਦਾਸ ਨੇ ਸਾਡੇ ਸਮਾਜ ਦੇ ਵਿੱਚ ਮੌਜੂਦ ਕਈ ਤਬਕਿਆਂ ਦੇ ਲੋਕਾਂ ਦੇ ਉੱਪਰ ਸੈਟਾਇਰ ਕਰਦੇ ਹੋਏ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਨੇ ਆਪਣਾ ਅਸਲੀ ਰੂਪ ਤਾਂ ਛੁਪਾ ਰੱਖਿਆ ਹੈ ਅਤੇ ਉਹ ਹੋਰ ਹੀ ਕੋਈ ਨਕਲੀ ਤਾਣਾ ਬਾਣਾ ਧਾਰਨ ਕਰੀ ਫਿਰਦੇ ਨੇ, ਬਿਲਕੁਲ ਉਸੇ ਤਰ੍ਹਾਂ ਫੈਂਸੀ ਡਰੈਸ ਸ਼ੋਅ ਦੇ ਵਿੱਚ ਕੋਈ ਪਾਰਟੀਸਪੇਟ ਕਰ ਰਿਹਾ ਹੋਵੇ। ਤਾਂ ਬੱਚਿਓ ਜਿਵੇਂ ਅਸੀਂ ਇਹ ਪੋਇਮ ਪੜ੍ਹਾਂਗੇ ਤਾਂ ਸਾਨੂੰ ਜ਼ਿਆਦਾ ਕਲੀਅਰ ਹੋਏਗਾ। ਤਾਂ ਬੱਚਿਓ ਜੇਕਰ ਅਸੀਂ ਪੋਇਮ ਦੀ ਸਟਰਕਚਰ 'ਤੇ ਆਈਏ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਇਸ ਪੋਇਮ ਦੇ ਵਿੱਚ ਟੋਟਲ 16 ਲਾਈਨਸ ਹੈ। ਤਾਂ ਪੋਇਮ ਬਹੁਤ ਹੀ ਜ਼ਿਆਦਾ ਛੋਟੀ ਹੈ, ਲੇਕਿਨ ਇਹ ਪੋਇਮ ਦਾ ਮਤਲਬ ਬਹੁਤ ਵੱਡਾ ਹੈ। ਤਾਂ ਮੈਂ ਪਹਿਲਾਂ ਹੀ ਦੱਸ ਚੁੱਕਿਆ ਬੱਚਿਓ ਕਿ ਇਹ ਇੱਕ ਸੋਸ਼ਲ ਸੈਟਾਇਰ ਹੈ, ਜਿਸ ਦੇ ਵਿੱਚ ਸਮਾਜ ਦੇ ਵਿੱਚ ਮੌਜੂਦ ਕਈ ਸਾਰੇ ਹਿਪੋਕ੍ਰਿਟਸ ਦੇ ਉੱਪਰ ਕਮਲਾ ਦਾਸ ਨੇ ਵਿਅੰਗ ਕੀਤਾ ਹੈ। ਤਾਂ ਪੋਇਮ ਸ਼ੁਰੂ ਕਰਦੇ ਹਾਂ ਬੱਚਿਓ ਕਿ ਐਵਰੀ ਵਰਚੂ ਰਿਕੁਆਇਰਸ ਟੂਡੇ ਅ ਫੈਂਸੀ ਡਰੈਸ। ਤਾਂ ਬੱਚਿਓ ਪਹਿਲੀ ਲਾਈਨ ਦੇ ਵਿੱਚ ਹੀ ਫੈਂਸੀ ਡਰੈਸ ਆ ਚੁੱਕਿਆ ਹੈ। ਸਾਡੇ ਸੰਸਾਰ ਦੇ ਵਿੱਚ ਹਰ ਇੱਕ ਜਿਹੜੀ ਵਰਚੂ ਹੈ ਨਾ, ਵਰਚੂ ਦਾ ਮਤਲਬ ਕੀ ਹੁੰਦਾ ਬੱਚਿਓ? ਆ ਸਪੈਸ਼ਲ ਕੁਆਲਿਟੀ, ਕੋਈ ਖਾਸ ਕੁਆਲਿਟੀ ਹੁੰਦੀ ਹੈ ਕਿਸੇ ਇਨਸਾਨ ਦੇ ਕਰੈਕਟਰ ਦੇ ਵਿੱਚ, ਉਸ ਨੂੰ ਅਸੀਂ ਵਰਚੂ ਕਹਿੰਦੇ ਹਾਂ। ਕਹਿੰਦੇ ਐਵਰੀ ਵਰਚੂ, ਹਰ ਇੱਕ ਕੁਆਲਿਟੀ ਜਿਹੜੀ ਸਾਡੇ ਸੰਸਾਰ 'ਚ ਮੌਜੂਦ ਹੈ, ਉਸ ਨੂੰ ਇੱਕ ਫੈਂਸੀ ਜੀ ਡਰੈਸ ਚਾਹੀਦੀ ਹੈ ਆਪਣੇ ਲਈ। ਤਾਂ ਤੁਸੀਂ ਬੱਚਿਓ ਗਲੋਸਰੀ ਐਂਡ ਨੋਟਸ ਦੇ ਵਿੱਚ ਆ ਫੈਂਸੀ ਡਰੈਸ ਦੇਖ ਸਕਦੇ ਹੋ। ਉਸ ਦੇ ਵਿੱਚ ਲਿਖਿਆ ਹੋਇਆ ਹੈ ਸਮ ਅਨਯੂਜ਼ੂਅਲ ਕਾਸਟਿਊਮ ਆਫਨ ਹਿਸਟੋਰੀਕਲ ਔਰ ਫੈਂਟੈਸਟਿਕ। ਅਨਯੂਜ਼ੂਅਲ ਕਾਸਟਿਊਮ ਦਾ ਮਤਲਬ ਅਜੀਬ ਜਿਹੇ ਕੱਪੜੇ ਜਿਹੜੇ ਆਪਾਂ ਆਮ ਤਾਂ ਨਹੀਂ ਪਾਉਂਦੇ, ਲੇਕਿਨ ਕਿਸੇ ਫੈਂਸੀ ਡਰੈਸ ਸ਼ੋਅ ਦੇ ਲਈ ਜ਼ਰੂਰ ਪਾ ਲੈਂਦੇ ਹਾਂ, ਤਾਂ ਉਹਨੂੰ ਆਪਾਂ ਫੈਂਸੀ ਡਰੈਸ ਕਹਿੰਦੇ ਹਾਂ। ਹੁਣ ਇੱਥੇ ਪੋਇਟੈਸ ਇਹ ਕਹਿਣਾ ਚਾਹੁੰਦੀ ਹੈ ਕਿ ਸੰਸਾਰ ਦੇ ਵਿੱਚ ਜਿਹੜੀ ਕੋਈ ਖਾਸ ਵਰਚੂ ਹੈ, ਕੋਈ ਕੁਆਲਿਟੀ ਹੈ, ਉਸ ਨੂੰ ਫੈਂਸੀ ਡਰੈਸ ਚਾਹੀਦੀ ਹੈ ਆਪਣੀ ਪਛਾਣ ਨੂੰ ਸਥਾਪਿਤ ਕਰਨ ਦੇ ਲਈ। ਪਹਿਲੀ ਲਾਈਨ ਤੋਂ ਹੀ ਬੱਚਿਓ ਸਾਨੂੰ ਇਹ ਲੱਗਦਾ ਹੈ ਕਿ ਜੇਕਰ ਕੋਈ ਕਿਸੇ ਇਨਸਾਨ ਦੇ ਕਰੈਕਟਰ ਦੇ ਵਿੱਚ ਸਪੈਸ਼ਲ ਕੁਆਲਿਟੀ ਹੋਵੇ ਤਾਂ ਉਸ ਨੂੰ ਫੈਂਸੀ ਡਰੈਸ ਦੀ ਕੀ ਲੋੜ ਹੈ? ਕੁਆਲਿਟੀ ਤਾਂ ਕੁਆਲਿਟੀ ਹੈ, ਕੁਆਲਿਟੀ ਤਾਂ ਸੱਚ ਹੈ। ਜੇਕਰ ਕਿਸੇ ਇਨਸਾਨ ਦੇ ਵਿੱਚ ਕੋਈ ਖਾਸ ਗੁਣ ਹੈ ਤਾਂ ਉਹ ਤਾਂ ਇੱਕ ਸੱਚਾਈ ਹੈ, ਤਾਂ ਉਸ ਨੂੰ ਫੈਂਸੀ ਡਰੈਸ ਦੀ ਕਿਉਂ ਲੋੜ ਹੈ? ਲੇਕਿਨ ਇੱਥੇ ਤੁਸੀਂ ਇਹ ਦੇਖੋ ਕਿ ਕਵਿਤਰੀ ਨੇ ਇੱਕ ਵਰਡ ਪਾਇਆ ਹੈ ਟੂਡੇ। ਤਾਂ ਟੂਡੇ ਦਾ ਮਤਲਬ ਉਹ ਅਜੋਕੇ ਸਮੇਂ ਦੀ ਗੱਲ ਕਰ ਰਹੀ ਹੈ, ਅੱਜ ਦੇ ਸਮੇਂ ਦੀ ਗੱਲ ਕਰ ਰਹੀ ਹੈ। ਅੱਜ ਦੇ ਸਮੇਂ ਦੇ ਵਿੱਚ ਜਿਹੜੀ ਵਰਚੂ ਹੈ, ਕੁਆਲਿਟੀ ਹੈ, ਉਸ ਨੂੰ ਫੈਂਸੀ ਡਰੈਸ ਚਾਹੀਦੀ ਹੈ। ਇਹ ਚੀਜ਼ ਪੁਰਾਣੇ ਸਮੇਂ 'ਚ ਨਹੀਂ ਸੀ। ਕਵਿਤਰੀ ਇੱਥੇ ਕਹਿਣਾ ਚਾਹੁੰਦੀ ਹੈ ਪੁਰਾਣੇ ਸਮੇਂ ਦੇ ਵਿੱਚ ਜਿਹੜੀ ਵਰਚੂ ਸੀ, ਸਪੈਸ਼ਲ ਕੁਆਲਿਟੀ ਸੀ, ਉਸ ਨੂੰ ਕਿਸੇ ਫੈਂਸੀ ਡਰੈਸ ਦੀ ਜ਼ਰੂਰਤ ਨਹੀਂ ਸੀ। ਲੇਕਿਨ ਅੱਜ ਮਾਹੌਲ ਇੰਨਾ ਖਰਾਬ ਹੋ ਚੁੱਕਿਆ ਕਿ ਇੱਕ ਕੁਆਲਿਟੀ ਦਿਖਾਉਣ ਦੇ ਲਈ ਵੀ ਸਾਨੂੰ ਫੈਂਸੀ ਡਰੈਸ ਦੀ ਜ਼ਰੂਰਤ ਪੈਂਦੀ ਹੈ। ਫਿਰ ਉਹ ਅਗਲੀ ਲਾਈਨ ਦੇ ਵਿੱਚ ਇਸ ਦੀ ਐਗਜ਼ਾਮਪਲ ਦਿੰਦੀ ਹੈ, ਦ ਕੈਸਕ ਇਜ਼ ਦ ਪ੍ਰੀਸਟ ਮੇਨ ਵਰਚੂ। ਦੂਸਰੀ ਲਾਈਨ ਦੇ ਵਿੱਚ ਉਹ ਇੱਕ ਪ੍ਰੀਸਟ ਦੀ ਗੱਲ ਕਰਦੀ ਹੈ, ਇੱਕ ਪੁਜਾਰੀ ਦੀ ਗੱਲ ਕਰਦੀ ਹੈ। ਹੁਣ ਇੱਥੇ ਬੱਚਿਓ ਸ਼ਬਦ ਆਇਆ ਕੈਸਕ। ਕੈਸਕ ਸ਼ਬਦ ਤੁਹਾਡੀ ਗਲੋਸਰੀ ਐਂਡ ਨੋਟ ਦੇ ਵਿੱਚ ਹੈ। ਲੌਂਗ ਡਰੈਸ ਵੋਰਨ ਬਾਈ ਸਰਟਨ ਕਲਰਜੀਮੈਨ, ਦੇਅਰਫੋਰ ਅ ਮਾਰਕ ਆਫ ਹੋਲੀਨੈਸ ਇਨ ਵਰਡ, ਥਾਟ ਐਂਡ ਡੀਡ। ਤਾਂ ਬੱਚਿਓ ਜਿਹੜੇ ਪਾਦਰੀ ਲੋਕ ਹੈ, ਗਿਰਜਾ ਘਰ ਦੇ ਵਿੱਚ ਜਿਹੜੇ ਪਾਦਰੀ ਹੁੰਦੇ ਆ, ਪ੍ਰੀਸਟ ਹੁੰਦੇ ਆ, ਉਹ ਇੱਕ ਜਿਹੜਾ ਲੰਬਾ ਸਾਰਾ ਚੋਲਾ ਜਿਹਾ ਪਾ ਕੇ ਰੱਖਦੇ ਆ, ਉਸ ਨੂੰ ਕੈਸਕ ਕਹਿੰਦੇ ਆ।
ਤਾਂ ਇਸੇ ਤਰ੍ਹਾਂ ਬੱਚਿਓ ਇਸੇ ਲਾਈਨ ਦੇ ਵਿੱਚ ਇੱਕ ਹੋਰ ਵਰਡ ਹੈ ਮੇਨ ਵਰਚੂ, ਦਾ ਮੋਸਟ ਇੰਪੋਰਟੈਂਟ ਕੁਆਲਿਟੀ। ਦੇਖੋ ਇਨਸਾਨ ਦੇ ਕਰੈਕਟਰ 'ਚ ਬਹੁਤ ਸਾਰੀਆਂ ਕੁਆਲਿਟੀਜ਼ ਹੁੰਦੀਆਂ ਨੇ, ਲੇਕਿਨ ਇੱਥੇ ਮੇਨ ਵਰਚੂ ਕਿਹਾ ਗਿਆ। ਮੇਨ ਵਰਚੂ ਦਾ ਮਤਲਬ ਮੋਸਟ ਇੰਪੋਰਟੈਂਟ ਕੁਆਲਿਟੀ, ਜਿਹੜੀ ਮੇਨ ਕੁਆਲਿਟੀ ਹੈ। ਲੇਕਿਨ ਇੱਥੇ ਮੇਨ ਵਰਚੂ ਇੱਕ ਤਰ੍ਹਾਂ ਨਾਲ ਆਇਰੋਨਿਕਲੀ ਇਸ ਨੂੰ ਯੂਜ਼ ਕੀਤਾ ਗਿਆ। ਨਾ ਆਇਰੋਨਿਕਲੀ ਦਾ ਮਤਲਬ ਹੁੰਦਾ ਬੱਚਿਓ ਕਿ ਜਦੋਂ ਤੁਸੀਂ ਕਹਿਣਾ ਕੁਛ ਚਾਹੁੰਦੇ ਹੋ ਲੇਕਿਨ ਉਸ ਦਾ ਮਤਲਬ ਕੁਛ ਹੋਰ ਹੁੰਦਾ ਹੈ। ਆਇਰੋਨਿਕਲੀ ਵਿਅੰਗਾਤਮਕ ਤਰੀਕੇ ਦੇ ਨਾਲ, ਸੈਟਾਇਰ ਦੇ ਤਰੀਕੇ ਨਾਲ ਕਿਹਾ ਜਾਂਦਾ ਹੈ। ਤੁਸੀਂ ਜਦੋਂ ਕੋਈ ਗੱਲ ਕਹਿੰਦੇ ਹੋ ਲੇਕਿਨ ਉਸ ਦੇ ਪਿੱਛੇ ਤੁਹਾਡਾ ਮਨੋਰਥ ਕੁਛ ਹੋਰ ਹੁੰਦਾ ਹੈ। ਦੇਖੋ ਤਾਂ ਹੀ ਇੱਥੇ ਲਿਖਿਆ ਡਜ਼ ਹੀ ਹੈਵ ਨੋ ਅਦਰ ਵਰਚੂ, ਕਿ ਉਸ ਪਾਦਰੀ ਦੇ ਵਿੱਚ, ਉਸ ਪ੍ਰੀਸਟ ਦੇ ਵਿੱਚ ਕੋਈ ਹੋਰ ਵਰਚੂ ਹੈ ਹੀ ਨਹੀਂ, ਇੱਕੋ ਹੀ ਕੁਆਲਿਟੀ ਰਹਿ ਗਈ। ਔਰ ਆਰ ਅਦਰ ਵਰਚੂਜ਼ ਆਫ ਨੋ ਸਿਗਨੀਫਿਕੈਂਸ, ਜਾਂ ਬਾਕੀ ਉਹਦੀਆਂ ਜਿਹੜੀਆਂ ਕੁਆਲਿਟੀਜ਼ ਨੇ ਉਹਨਾਂ ਦੀ ਕੋਈ ਬੁੱਕਤ ਹੀ ਨਹੀਂ ਹੈ। ਦੇਖੋ ਇੱਕ ਪਾਦਰੀ ਇੱਕ ਆਮ ਇਨਸਾਨ ਤੋਂ ਥੋੜ੍ਹਾ ਉੱਪਰ ਉੱਠ ਕੇ ਹੁੰਦਾ, ਬਿਕੋਜ਼ ਅਸੀਂ ਇਹ ਮੰਨਦੇ ਹਾਂ ਕਿ ਪਰਮਾਤਮਾ ਨਾਲ ਜ਼ਿਆਦਾ ਜੁੜਿਆ ਹੋਇਆ ਹੈ ਆਮ ਇਨਸਾਨ ਨਾਲੋਂ। ਤਾਂ ਅਸੀਂ ਇਹ ਐਕਸਪੈਕਟ ਕਰਦੇ ਹਾਂ ਕਿ ਇੱਕ ਪ੍ਰੀਸਟ ਦੇ ਵਿੱਚ ਕੁਆਲਿਟੀਜ਼ ਹੁੰਦੀਆਂ ਨੇ। ਲੇਕਿਨ ਇੱਥੇ ਉਹ ਆਪਣੀ ਮੇਨ ਵਰਚੂ ਕੀ ਦਿਖਾ ਰਿਹਾ ਹੈ? ਆਪਣਾ ਕੈਸਕ ਦਿਖਾ ਰਿਹਾ ਹੈ। ਉਸ ਦੀ ਮੇਨ ਵਰਚੂ ਕੀ ਹੈ ਕਿ ਉਸਦਾ ਕੈਸਕ ਹੈ, ਉਸਦਾ ਚੋਲਾ ਹੈ ਜੋ ਉਸਨੇ ਪਾਇਆ ਹੋਇਆ, ਬਾਕੀ ਉਸ ਦੇ ਵਿੱਚ ਕੋਈ ਕੁਆਲਿਟੀ ਹੋਵੇ ਨਾ ਹੋਵੇ। ਤਾਂ ਇੱਥੇ ਇਹੀ ਗੱਲ ਕੀਤੀ ਜਾ ਰਹੀ ਹੈ ਬੱਚਿਓ ਕਿ ਅੱਜ ਜੇ ਕਿਸੇ ਇਨਸਾਨ ਨੇ ਪਾਦਰੀਆਂ ਵਾਲਾ, ਪ੍ਰੀਸਟ ਵਾਲਾ ਚੋਲਾ ਪਾ ਲਿਆ ਤਾਂ ਅਸੀਂ ਮੰਨ ਲੈਂਦੇ ਹਾਂ ਕਿ ਉਹ ਸੰਤ ਹੈ, ਉਹ ਪ੍ਰੀਸਟ ਹੈ, ਉਹ ਪੁਜਾਰੀ ਹੈ। ਹਾਲਾਂਕਿ ਉਸ ਦੇ ਵਿੱਚ ਪੁਜਾਰੀ ਵਾਲੇ ਬਾਕੀ ਗੁਣ ਹੈਗੇ ਹੈ ਨਹੀਂ ਹੈਗੇ ਇਹਦਾ ਪਤਾ ਨਹੀਂ ਸਾਨੂੰ। ਉਸਨੇ ਕਿਉਂਕਿ ਕੈਸਕ ਪਾਇਆ ਹੋਇਆ, ਚੋਲਾ ਪਾਇਆ ਹੋਇਆ, ਤਾਂ ਸਾਡੇ ਲਈ ਉਹ ਪੁਜਾਰੀ ਹੈ ਅਤੇ ਸਾਰਾ ਸਮਾਜ ਵੀ ਉਸ ਨੂੰ ਮੰਨ ਲੈਂਦਾ ਹੈ ਕਿ ਹਾਂ ਇਹ ਪੁਜਾਰੀ ਹੈ। ਅਗਲੀ ਲਾਈਨ ਦੇ ਵਿੱਚ ਕਵਿਤਰੀ ਇੱਕ ਹੋਰ ਐਗਜ਼ਾਮਪਲ ਦਿੰਦੀ ਹੈ, ਦ ਕਲੈਵਰ ਪੋਲੀਟੀਸ਼ੀਅਨ ਡੋਨਸ ਅ ਸੇਂਟਸ ਮੀਨ ਅਪੈਰਲ। ਤਾਂ ਇਸ ਲਾਈਨ ਦੇ ਵਿੱਚ ਬੱਚਿਓ ਪੋਇਟੈਸ ਇੱਕ ਪੋਲੀਟੀਸ਼ੀਅਨ ਦੀ ਐਗਜ਼ਾਮਪਲ ਦਿੰਦੀ ਹੈ, ਇੱਕ ਅਜਿਹੇ ਰਾਜਨੇਤਾ ਦੀ ਐਗਜ਼ਾਮਪਲ ਦਿੰਦੀ ਹੈ ਜੋ ਬੜਾ ਕਲੈਵਰ ਹੈ, ਬੜਾ ਹੀ ਚਲਾਕ ਹੈ। ਪੋਲੀਟੀਸ਼ੀਅਨਸ ਕਲੈਵਰ ਹੁੰਦੇ ਹੈ, ਚਲਾਕ ਹੁੰਦੇ ਹੈ, ਸਾਨੂੰ ਪਤਾ ਹੈ। ਲੇਕਿਨ ਉਸ ਨੇ ਕੀ ਪਾਇਆ ਹੋਇਆ? ਅ ਸੇਂਟਸ ਮੀਨ ਅਪੈਰਲ। ਸੇਂਟ ਦਾ ਮਤਲਬ ਬੱਚਿਓ ਸੰਤ ਹੁੰਦਾ ਹੈ, ਅਪੈਰਲ ਦਾ ਮਤਲਬ ਵੀ ਕੱਪੜਿਆਂ ਨੂੰ ਹੀ ਕਿਹਾ ਜਾਂਦਾ ਹੈ। ਤਾਂ ਉਸ ਨੇ ਧਾਰਨ ਕੀਤੇ ਹੋਏ ਨੇ ਇੱਕ ਸੰਤਾਂ ਵਾਲੇ ਕੱਪੜੇ। ਇੱਥੇ ਬੱਚਿਓ ਚੌਥੀ ਲਾਈਨ ਦੇ ਵਿੱਚ ਇੱਕ ਵਰਡ ਹੈ ਡੋਨਸ, ਅਤੇ ਇਹਦਾ ਮਤਲਬ ਹੈ ਵੀਅਰਸ। ਵੈਸੇ ਮੈਂ ਤੁਹਾਨੂੰ ਦੱਸ ਦਿੰਦਾ ਕਿ ਜਿਹੜਾ ਡੋਨ ਸ਼ਬਦ ਹੈ ਇਹ ਅੱਜ ਕੱਲ੍ਹ ਯੂਜ਼ ਨਹੀਂ ਹੁੰਦਾ। ਪੁਰਾਣੇ ਸਮੇਂ ਦੇ ਵਿੱਚ ਡੂ ਔਨ ਸ਼ਬਦ ਯੂਜ਼ ਹੁੰਦਾ ਸੀ, ਜਿਸ ਨੂੰ ਕਿ ਸ਼ਾਰਟ ਕਰਕੇ ਫਿਰ ਇਹ ਡੋਨਸ ਬਣ ਗਿਆ ਅਤੇ ਉਸ ਦਾ ਮਤਲਬ ਹੈ ਵੀਅਰਸ। ਵੈਸੇ ਇਹਦਾ ਮਤਲਬ ਪੁਟ ਔਨ ਵੀ ਹੁੰਦਾ। ਜਦੋਂ ਆਪਾਂ ਕੋਈ ਕੱਪੜੇ ਪਾਉਂਦੇ ਹਾਂ ਆਪਣੇ ਉੱਪਰ ਤਾਂ ਅਸੀਂ ਉਸ ਨੂੰ ਪੁਟ ਔਨ ਜਾਂ ਡੋਨਸ ਕਹਿ ਦਿੰਦੇ ਹਾਂ। ਲੇਕਿਨ ਡੋਨਸ ਸ਼ਬਦ ਅੱਜ ਕੱਲ੍ਹ ਆਰਕਾਇਕ ਵਰਡ ਹੋ ਗਿਆ, ਪੁਟ ਔਨ ਜ਼ਿਆਦਾ ਯੂਜ਼ ਹੁੰਦਾ ਹੈ। ਅਪੈਰਲ ਸ਼ਬਦ ਇੱਥੇ ਲਿਖਿਆ ਹੋਇਆ ਜੀ ਕਲੋਥਿੰਗ ਡਰੈਸ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਕੱਪੜਿਆਂ ਨੂੰ ਅਸੀਂ ਅਪੈਰਲ ਕਹਿੰਦੇ ਹਾਂ। ਤਾਂ ਇੱਥੇ ਬੱਚਿਓ ਪੋਇਟੈਸ ਇਹ ਕਹਿਣਾ ਚਾਹੁੰਦੀ ਹੈ ਕਿ ਇੱਕ ਪੋਲੀਟੀਸ਼ੀਅਨ ਨੇ ਕੱਪੜੇ ਪਾ ਲਏ, ਖਾਦੀ ਦੇ ਕੱਪੜੇ ਪਾ ਲਏ ਅਤੇ ਉਹ ਰਾਜਨੇਤਾ ਬਣ ਗਿਆ। ਬਾਕੀ ਉਹਦੇ 'ਚ ਕੋਈ ਹੋਰ ਕੁਆਲਿਟੀ ਹੈ ਨਹੀਂ ਹੈ ਸਾਨੂੰ ਨਹੀਂ ਪਤਾ, ਲੇਕਿਨ ਕਿਉਂਕਿ ਉਸਨੇ ਖਾਦੀ ਵਾਲੇ ਕੱਪੜੇ ਪਾਏ ਹੋਏ ਹੈ ਤਾਂ ਉਹ ਹੁਣ ਰਾਜਨੇਤਾ ਸਾਡੇ ਸਾਰਿਆਂ ਦੇ ਲਈ, ਅਸੀਂ ਉਸ ਨੂੰ ਰਾਜਨੇਤਾ ਸਮਝਦੇ ਹਾਂ। ਇੱਥੇ ਕਵਿਤਰੀ ਬੱਚਿਓ ਸ਼ਾਇਦ ਇਹ ਕਹਿਣਾ ਚਾਹੁੰਦੀ ਹੈ ਕਿ ਜਿਹੜੀ ਖਾਦੀ ਦੇ ਕੱਪੜੇ ਸੀਗੇ ਅਪੈਰਲ, ਇੱਥੇ ਉਹ ਰਾਜਨੇਤਾਵਾਂ ਦੇ ਕੱਪੜਿਆਂ ਨੂੰ ਹੀ ਕਹਿ ਰਹੀ ਹੈ। ਸਾਡੇ ਭਾਰਤ ਦੇ ਵਿੱਚ ਬੱਚਿਓ ਤੁਹਾਨੂੰ ਪਤਾ ਹੈ ਜ਼ਿਆਦਾਤਰ ਜਿਹੜੇ ਪੋਲੀਟੀਸ਼ੀਅਨਸ ਹੈ ਉਹ ਖਾਦੀ ਦੇ ਕੱਪੜੇ ਪਾਉਂਦੇ ਹੈ। ਖਾਦੀ ਦੇ ਕੱਪੜੇ ਕਿਸਨੇ ਪਾਣੇ ਸਟਾਰਟ ਕੀਤੇ ਸੀ ਸਾਡੇ ਇੰਡੀਆ 'ਚ? ਮਹਾਤਮਾ ਗਾਂਧੀ ਜੀ ਨੇ। ਤਾਂ ਉਹ ਬੱਚਿਓ ਸਿੰਬਲ ਸੀ ਪਿਓਰਿਟੀ ਦਾ ਅਤੇ ਸਿੰਪਲਿਸਿਟੀ ਦਾ। ਗਾਂਧੀ ਜੀ ਜਿਹੜੇ ਕੱਪੜੇ ਪਾਉਂਦੇ ਸੀ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਵੀ ਪਿਓਰਿਟੀ ਅਤੇ ਸਿੰਪਲਿਸਿਟੀ ਧਾਰਨ ਕੀਤੀ ਹੋਈ ਸੀ। ਪਰੰਤੂ ਅੱਜ ਕੱਲ੍ਹ ਦੇ ਨੇਤਾ ਲੋਕ ਕੀ ਕਰ ਰਹੇ ਨੇ? ਅੱਜ ਕੱਲ੍ਹ ਦੇ ਨੇਤਾ ਲੋਕ ਉਹੀ ਖਾਦੀ ਦੇ ਕੱਪੜੇ ਤਾਂ ਪਾ ਰਹੇ ਨੇ, ਪਰੰਤੂ ਕੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਪਿਓਰਿਟੀ ਹੈ, ਸਿੰਪਲਿਸਿਟੀ ਹੈ? ਇੱਥੇ ਕਵਿਤਰੀ ਇਹੀ ਕੁਐਸਚਨ ਕਰਦੀ ਹੈ। ਪੋਲੀਟੀਸ਼ੀਅਨ ਕੀ ਬਣ ਗਿਆ? ਉਸਨੇ ਇੱਕ ਫੈਂਸੀ ਡਰੈਸ ਪਾਈ ਹੋਈ ਹੈ, ਉਸਨੇ ਇੱਕ ਸਾਫ਼ ਇਮਾਨਦਾਰ ਨੇਤਾ ਦੇ ਕੱਪੜੇ ਪਾਏ ਹੋਏ ਨੇ, ਪਰੰਤੂ ਕੀ ਉਹ ਸੱਚਮੁੱਚ ਇਮਾਨਦਾਰ ਹੈ? ਫਿਰ ਉਹ ਇੱਕ ਹੋਰ ਐਗਜ਼ਾਮਪਲ ਦਿੰਦੀ ਹੈ, The holy ash is on the legitimate forehead and the holy water is in the right container. ਇੱਥੇ ਸ਼ਬਦ ਆਇਆ ਬੱਚਿਓ ਲੈਜੀਟੀਮੇਟ। ਲੈਜੀਟੀਮੇਟ ਦਾ ਮਤਲਬ ਹੁੰਦਾ ਹੈ ਲawful in accordance with the law or rules ਜਾਂ genuine। ਜਿਹੜਾ ਬੰਦਾ ਸਹੀ ਹੋਵੇ ਅਸੀਂ ਉਸ ਨੂੰ ਲੈਜੀਟੀਮੇਟ, ਜੈਨੂਇਨ ਜਾਂ lawful ਕਹਿੰਦੇ ਹਾਂ, ਜੋ ਕਾਨੂੰਨ ਦੀਆਂ ਨਜ਼ਰਾਂ 'ਚ ਸੀ ਹੈ। ਲੇਕਿਨ ਦੇਖੋ ਇੱਥੇ ਵੀ ਕਵਿਤਰੀ ਨੇ ਆਇਰਨੀ ਯੂਜ਼ ਕੀਤੀ ਹੈ। ਇੱਥੇ ਉਹ ਕੁਝ ਹੋਰ ਕਹਿਣਾ ਚਾਹੁੰਦੀ ਹੈ। ਇੱਥੇ ਉਸਨੇ ਸੈਟਾਇਰ ਕੀਤਾ, ਵਿਅੰਗ ਕੀਤਾ। ਕਿਵੇਂ? ਕਹਿੰਦੇ ਇੱਕ ਇਨਸਾਨ ਨੇ ਆਪਣੇ ਫੋਰਹੈਡ ਦੇ ਉੱਪਰ, ਆਪਣੇ ਮੱਥੇ ਦੇ ਉੱਪਰ ਹੋਲੀ ਐਸ਼ ਲਗਾ ਲਈ, ਪਵਿੱਤਰ ਰਾਖ ਲਗਾ ਲਈ, ਤਿਲਕ ਲਗਾ ਲਿਆ ਅਤੇ ਉਹ ਸੰਤ ਬਣ ਗਿਆ। ਫੈਂਸੀ ਡਰੈਸ ਪਾ ਲਈ ਨਾ ਉਸਨੇ, ਅਤੇ ਫਿਰ ਉਸਨੇ ਆਪਣੇ ਹੱਥ ਦੇ ਵਿੱਚ ਇੱਕ ਕੰਟੇਨਰ, ਜਿਵੇਂ ਇੱਕ ਸੰਤ ਨੇ ਕੋਈ ਗੜਵੀ ਵਗੈਰਾ ਚੱਕੀ ਹੁੰਦੀ ਹੈ, ਕੋਈ ਭਾਂਡਾ ਚੱਕਿਆ ਹੁੰਦਾ ਹੈ, ਉਸ ਦੇ ਵਿੱਚ ਉਸਨੇ ਹੋਲੀ ਵਾਟਰ ਪਾ ਲਿਆ, ਕਹਿਣ ਨੂੰ ਉਸਨੇ ਉਸ ਦੇ ਵਿੱਚ ਇੱਕ ਪਵਿੱਤਰ ਪਾਣੀ ਪਾ ਲਿਆ
ਅਤੇ ਉਹ ਆਪਣੇ ਫੋਰਹੈਡ ਦੇ ਉੱਪਰ ਹੋਲੀ ਐਸ਼ ਲਗਾ ਕੇ ਅਤੇ ਆਪਣੇ ਕੰਟੇਨਰ ਦੇ ਵਿੱਚ ਉਸ ਬਰਤਨ ਦੇ ਵਿੱਚ ਹੋਲੀ ਵਾਟਰ ਪਾ ਕੇ ਉਹ ਆਪਣੇ ਆਪ ਨੂੰ ਸੰਤ ਕਹਿ ਰਿਹਾ ਹੈ। ਤਾਂ ਇਹ ਉਸ ਦੀ ਫੈਂਸੀ ਡਰੈਸ ਹੋ ਗਈ, ਇਹ ਉਸ ਦੀ ਮੇਨ ਵਰਚੂ ਹੋ ਗਈ। ਕਿਉਂ? ਮੇਨ ਵਰਚੂ ਕੀ ਹੈ ਕਿ ਉਸਨੇ ਮੱਥੇ ਤੇ ਰਾਖ ਲਗਾਈ ਹੋਈ ਹੈ ਅਤੇ ਇੱਕ ਗੜਵੀ ਜਿਸ ਦੇ ਵਿੱਚ ਉਸਨੇ ਪਾਣੀ ਚੱਕਿਆ ਹੋਇਆ ਹੈ ਉਹ ਲੈ ਕੇ ਤੁਰਦਾ ਜਾ ਰਿਹਾ ਹੈ। ਅਸੀਂ ਉਸ ਨੂੰ ਸੰਤ ਮੰਨ ਲੈਂਦੇ ਹਾਂ, ਅਸੀਂ ਉਸ ਨੂੰ ਬਾਬਾ ਮੰਨ ਲੈਂਦੇ ਹਾਂ। ਇਹ ਉਸ ਦੀ ਮੇਨ ਵਰਚੂ ਹੈ। ਕਿ ਉਹ ਵਾਕਈ ਸੰਤ ਕਹਾਉਣ ਦੇ ਜਾਂ ਬਾਬਾ ਜੀ ਕਹਾਉਣ ਦੇ ਕਾਬਿਲ ਹੈ? ਇੱਥੇ ਕੁਐਸਚਨ ਕਰ ਰਹੀ ਹੈ ਸਾਡੀ ਪੋਇਟਸ। ਬੱਚਿਓ, ਕੋਈ ਵੀ ਇਨਸਾਨ ਮੱਥੇ ਤੇ ਰਾਖ ਲਗਾ ਕੇ ਜਾਂ ਆਪਣੇ ਹੱਥ ਦੇ ਵਿੱਚ ਇੱਕ ਪਾਣੀ ਦਾ ਭਾਂਡਾ ਚੱਕ ਕੇ ਬਾਬਾ ਨਹੀਂ ਬਣ ਸਕਦਾ। ਬਹੁਤ ਸਾਰੀਆਂ ਕੁਆਲਿਟੀਜ਼ ਹੁੰਦੀਆਂ ਨੇ ਜੋ ਇੱਕ ਸੰਤ ਬਣਨ ਦੇ ਲਈ, ਇੱਕ ਸੱਚਾ ਨੇਤਾ ਬਣਨ ਦੇ ਲਈ ਜਾਂ ਇੱਕ ਪੁਜਾਰੀ ਬਣਨ ਦੇ ਲਈ ਚਾਹੀਦੀਆਂ ਨੇ। ਲੇਕਿਨ ਅੱਜ ਕੱਲ੍ਹ ਹੋ ਕੀ ਰਿਹਾ ਹੈ? ਅੱਜ ਦੇ ਸੰਸਾਰ ਦੇ ਵਿੱਚ ਸਿਰਫ ਇੱਕ ਕੁਆਲਿਟੀ ਦੇਖੀ ਜਾ ਰਹੀ ਹੈ। ਉਹ ਕੁਆਲਿਟੀ ਕੀ ਹੈ? ਫੈਂਸੀ ਡਰੈਸ, ਕੱਪੜੇ ਉਸਨੇ ਉਸ ਮੁਤਾਬਕ ਪਾ ਰੱਖੇ ਨੇ ਆਪਣੇ ਢੋਂਗ ਮੁਤਾਬਕ, ਤਾਂ ਦੈਟ ਮੀਨਸ ਉਹ ਸਹੀ ਹੈ। ਬਾਕੀ ਆਪਾਂ ਕਿਸੇ ਕੁਆਲਿਟੀ ਵੱਲ ਧਿਆਨ ਨਹੀਂ ਦਿੰਦੇ। ਇਸੇ ਕਰਕੇ ਢੋਂਗੀ ਸਾਡੇ ਸਮਾਜ 'ਚ ਜ਼ਿਆਦਾ ਨੇ ਬੱਚਿਓ। ਸਹੀ ਮਾਇਨਿਆਂ 'ਚ ਰਾਜਨੇਤਾ, ਸਹੀ ਮਾਇਨਿਆਂ 'ਚ ਪ੍ਰੀਸਟ ਜਾਂ ਸੰਤ ਲੋਕ ਘੱਟ ਨੇ। ਸਟੂਡੈਂਟਸ, ਮੈਂ +1 ਅਤੇ +2 ਕਲਾਸਿਸ ਦੇ ਜਨਰਲ ਇੰਗਲਿਸ਼ ਅਤੇ ਇਲੈਕਟਿਵ ਇੰਗਲਿਸ਼ ਦੇ ਬਹੁਤ ਸਾਰੇ ਵੀਡੀਓਜ਼ ਬਣਾਏ ਹੋਏ ਹਨ। ਇਹਨਾਂ ਵੀਡੀਓਜ਼ ਨੂੰ ਦੇਖਣ ਦੇ ਲਈ ਤੁਸੀਂ YouTube ਦੀ ਸਰਚ ਬਾਰ 'ਤੇ ਜਾ ਕੇ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਟਾਈਪ ਕਰੋ। ਰਿਜ਼ਲਟ ਵਿੱਚ ਆਈ ਪਹਿਲੀ ਸਾਈਟ 'ਤੇ ਦੀਪਕ ਸੂਦ 'ਤੇ ਜਾ ਕੇ ਕਲਿੱਕ ਕਰੋ। ਤਾਂ ਇਸ ਤਰ੍ਹਾਂ ਤੁਸੀਂ ਚੈਨਲ 'ਤੇ ਪਹੁੰਚ ਜਾਵੋਗੇ ਜਿੱਥੇ ਤੁਸੀਂ ਵੀਡੀਓਜ਼ ਦਾ ਇੱਕ ਸੈਕਸ਼ਨ ਦੇਖੋਗੇ। ਵੀਡੀਓਜ਼ 'ਤੇ ਕਲਿੱਕ ਕਰੋ, ਤੁਹਾਨੂੰ ਮੇਰੀਆਂ ਬਣਾਈਆਂ ਹੋਈਆਂ ਸਾਰੀਆਂ ਵੀਡੀਓਜ਼ ਤੁਹਾਨੂੰ ਮਿਲ ਜਾਣਗੀਆਂ। ਇਸ ਦੇ ਵਿੱਚ +1 +2 ਦੀਆਂ ਸਾਰੀਆਂ ਕਲਾਸਿਸ ਦੀਆਂ ਜੋ ਮੈਂ ਵੀਡੀਓਜ਼ ਬਣਾਈਆਂ ਹਨ ਉਹ ਸ਼ਾਮਿਲ ਹਨ। ਪਲੇਲਿਸਟ ਵਾਲੇ ਸੈਕਸ਼ਨ 'ਤੇ ਜਾ ਕੇ ਤੁਸੀਂ ਸਾਰੀਆਂ ਪਲੇਲਿਸਟ ਪ੍ਰਾਪਤ ਕਰ ਪਾਓਗੇ। ਜਿਵੇਂ ਕਿ ਕਲਾਸ 12 ਦੀ ਪਲੇਲਿਸਟ ਚੌਥੇ ਨੰਬਰ 'ਤੇ ਹੈ। ਇਸ 'ਤੇ ਤੁਸੀਂ ਜਾ ਕੇ ਜਦੋਂ ਵਿਊ ਫੁੱਲ ਪਲੇਲਿਸਟ ਕਰੋਗੇ ਤਾਂ ਤੁਹਾਨੂੰ ਕਲਾਸ 12 ਦੀਆਂ ਸਾਰੀਆਂ ਵੀਡੀਓਜ਼ ਮਿਲ ਜਾਣਗੀਆਂ। ਇਸੇ ਤਰ੍ਹਾਂ ਤੁਸੀਂ ਬਾਕੀ ਕਲਾਸ 11 ਉਹਨਾਂ ਦੀ ਪਲੇਲਿਸਟ 'ਤੇ ਜਾ ਕੇ ਸਾਰੀਆਂ ਵੀਡੀਓਜ਼ ਪ੍ਰਾਪਤ ਕਰ ਸਕਦੇ ਹੋ। ਅਤੇ ਇਸੇ ਤਰ੍ਹਾਂ ਮੈਂ ਕਲਾਸ 11 ਅਤੇ ਕਲਾਸ 12 ਦੀਆਂ ਗ੍ਰਾਮਰ ਦੀਆਂ ਵੀਡੀਓ ਲਿਸਟ ਬਣਾਈ ਹੋਈ ਹੈ, ਤਾਂ ਉਹ ਸਾਰੀਆਂ ਵੀਡੀਓਜ਼ ਤੁਹਾਨੂੰ ਪ੍ਰਾਪਤ ਹੋ ਜਾਣਗੀਆਂ। ਅਤੇ ਇੱਕ ਪਲੇਲਿਸਟ ਇੰਗਲਿਸ਼ ਇਲੈਕਟਿਵ ਕਲਾਸ 11 ਦੀ ਵੀ ਹੈ ਅਤੇ ਉਸ ਦੇ ਵਿੱਚ ਤੁਹਾਨੂੰ ਸਾਰੀਆਂ ਕਲਾਸ 11 ਦੀਆਂ ਪਲੇਲਿਸਟ ਪ੍ਰਾਪਤ ਹੋ ਜਾਣਗੀਆਂ। ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਇੱਕ ਵਾਰ ਤੁਸੀਂ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਚੈਨਲ 'ਤੇ ਜ਼ਰੂਰ ਵਿਜ਼ਿਟ ਕਰੋ। ਤਾਂ ਸਟੂਡੈਂਟਸ, ਇੱਥੇ ਗੱਲਾਂ ਸੁਣ ਕੇ ਨਾ ਸਾਨੂੰ ਇੱਕ ਲਾਈਨ ਯਾਦ ਆਉਂਦੀ ਹੈ ਜੋ ਅਸੀਂ ਆਪਣੀਆਂ ਛੋਟੀਆਂ ਜਮਾਤਾਂ 'ਚ ਪੜ੍ਹਦੇ ਹੁੰਦੇ ਸੀ। ਇਹ ਥਾਮਸ ਗ੍ਰੇ ਦੀ ਲਾਈਨ ਲਿਖੀ ਹੋਈ ਹੈ, ਆਲ ਦੈਟ ਗਲਿਟਰਸ ਇਜ਼ ਨਾਟ ਗੋਲਡ, ਕਿ ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ। ਤਾਂ ਬੱਚਿਓ, ਬਿਲਕੁਲ ਸਹੀ ਹੈ। ਸਾਡੀ ਪੋਇਟੈਸ ਕਮਲਾ ਦਾਸ ਇਹੀ ਕਹਿਣਾ ਚਾਹੁੰਦੀ ਹੈ ਕਿ ਹਰ ਇੱਕ ਪੋਲੀਟੀਸ਼ੀਅਨ ਸਹੀ ਪੋਲੀਟੀਸ਼ੀਅਨ ਨਹੀਂ ਹੁੰਦਾ, ਹਰ ਇੱਕ ਪ੍ਰੀਸਟ ਸੱਚਾ ਪ੍ਰੀਸਟ ਨਹੀਂ ਹੁੰਦਾ, ਤੇ ਹਰ ਇੱਕ ਸੰਤ ਸੱਚਾ ਸੰਤ ਨਹੀਂ ਹੁੰਦਾ। ਬਸ ਇੱਥੇ ਕਮਲਾ ਦਾਸ ਨੇ ਫੈਂਸੀ ਡਰੈਸ ਦਾ ਨਾਮ ਲਿਆ, ਥਾਮਸ ਗ੍ਰੇ ਨੇ all that glitters is not gold। ਨੈਕਸਟ ਲਾਈਨ ਦੇਖਦੇ ਹਾਂ ਜੀ, confessions are mumbled regularly in the dark। ਤਾਂ ਬੱਚਿਓ, ਇੱਥੇ ਕਨਫੈਸ਼ਨ ਸ਼ਬਦ ਵੀ ਆਇਆ ਹੈ ਕਿ ਫਾਰਮਲ ਐਡਮਿਸ਼ਨ ਆਫ ਵਨ ਸਿਨਸ ਟੂ ਅ ਪ੍ਰੀਸਟ ਇਨ ਪ੍ਰਾਈਵੇਟ ਐਂਡ ਕਲੋਜ਼ ਪਲੇਸ ਇਨ ਅ ਚਰਚ। ਤਾਂ ਚਰਚ ਦੇ ਵਿੱਚ ਇੱਕ ਪ੍ਰਾਈਵੇਟ ਐਂਡ ਕਲੋਜ਼ਡ ਇੱਕ ਬੰਦ ਜਿਹਾ ਕਮਰਾ ਹੁੰਦਾ ਹੈ ਜਿਸ ਦੇ ਵਿੱਚ ਕੋਈ ਵੀ ਇਨਸਾਨ ਫਾਰਮਲ ਐਡਮਿਸ਼ਨ ਕਰਦਾ ਹੈ, ਮੰਨਦਾ ਹੈ ਕਿ ਮੇਰੇ ਤੋਂ ਕੋਈ ਗਲਤੀ ਹੋ ਗਈ, ਅਤੇ ਉਹ ਕਿਸ ਦੇ ਅੱਗੇ ਗਲਤੀ ਫੀਲ ਕਰਦਾ ਹੈ? ਪ੍ਰੀਸਟ ਦੇ ਅੱਗੇ। ਪ੍ਰੀਸਟ ਮੈਂ ਤੁਹਾਨੂੰ ਦੱਸਿਆ ਕਿ ਉਸ ਦੇ ਨਾਲ ਵਾਲੇ ਕਮਰੇ 'ਚ ਹੀ ਹੁੰਦਾ ਹੈ। ਤਾਂ ਬੱਚਿਓ, ਤੁਹਾਨੂੰ ਦੇਖਿਆ ਹੋਣਾ, ਮੂਵੀਜ਼ 'ਚ ਦੇਖਿਆ ਹੋਣਾ, ਜਾਂ ਵੈਸੇ ਵੀ ਤੁਸੀਂ ਸ਼ਾਇਦ ਰੀਅਲ ਲਾਈਫ 'ਚ ਦੇਖਿਆ ਹੋਵੇ, ਤਾਂ ਇੱਕ ਕਨਫੈਸ਼ਨਲ ਰੂਮ ਹੁੰਦਾ ਹੈ ਚਰਚ ਦੇ ਵਿੱਚ। ਉਸ ਦੇ ਵਿੱਚ ਜੇ ਮੰਨ ਲਓ ਕੋਈ ਇਨਸਾਨ ਤੋਂ ਗਲਤੀ ਹੋ ਜੇ, ਕੋਈ ਪਾਪ ਹੋ ਜੇ ਉਸ ਤੋਂ, ਤਾਂ ਉਹ ਕਨਫੈਸ ਕਰਦਾ ਜਾ ਕੇ ਉਸ ਰੂਮ ਦੇ ਵਿੱਚ। ਉਸ ਰੂਮ ਦੇ ਨਾਲ ਹੀ ਇੱਕ ਹੋਰ ਛੋਟਾ ਜਿਹਾ ਰੂਮ ਹੁੰਦਾ ਹੈ, ਉਸ ਰੂਮ ਦੇ ਵਿੱਚ ਪ੍ਰੀਸਟ ਬੈਠਦਾ ਹੈ। ਕਨਫੈਸ਼ਨਲ ਰੂਮ ਦੇ ਵਿੱਚ ਬੰਦਾ ਆਪ ਬੈਠਦਾ ਹੈ ਅਤੇ ਉਹ ਮੰਨਦਾ ਹੈ ਕਿ ਮੇਰੇ ਤੋਂ ਅੱਜ ਪ੍ਰੀਸਟ ਇਹ ਗਲਤੀ ਹੋ ਗਈ, ਅਤੇ ਉਹ ਮੰਨਦਾ ਹੈ ਕਿ ਮੇਰੇ ਤੋਂ ਇਹ ਗਲਤੀ ਹੋ ਗਈ ਅਤੇ ਮੈਨੂੰ ਪਰਮਾਤਮਾ ਵੱਲੋਂ ਮਾफ़ ਕੀਤਾ ਜਾਵੇ। ਅਤੇ ਇਸ ਗੱਲ ਦੀ ਤਾਕੀਦ ਪ੍ਰੀਸਟ ਕਰਦਾ ਹੈ ਕਿ ਹਾਂ, ਇਸ ਤੋਂ ਇਹ ਅਣਜਾਣੇ 'ਚ ਗਲਤੀ ਹੋ ਗਈ, ਪਰਮਾਤਮਾ ਇਸ ਨੂੰ ਤੂੰ ਮਾफ़ ਕਰ ਦੇ। ਤਾਂ ਇੱਥੇ ਬੇਟਾ ਇਸੀ ਲਾਈਨ ਦਾ ਜ਼ਿਕਰ ਆਇਆ ਹੋਇਆ ਹੈ ਕਿ ਜਿਹੜੇ ਕਨਫੈਸ਼ਨਸ ਹੁੰਦੇ ਨੇ, ਇਹ ਮੰਬਲ ਦਾ ਮਤਲਬ ਹੁੰਦਾ ਬੇਟਾ ਬਹੁਤ ਹੀ ਹੌਲੀ ਆਵਾਜ਼ 'ਚ ਬੋਲਣਾ, ਸਪੀਕ ਇਨ ਅ ਲੋ ਵਾਇਸ। ਤਾਂ ਇਸ ਨੂੰ ਆਪਾਂ ਮੰਬਲ ਕਹਿੰਦੇ ਹਾਂ। ਕਹਿੰਦੇ ਡਾਰਕ ਦੇ ਵਿੱਚ ਇਹ ਮੰਬਲ ਕੀਤੇ ਜਾਂਦੇ ਆ ਵਰਡਸ। ਇਹ ਜਿਹੜੀ ਕਨਫੈਸ਼ਨ ਹੈ, ਇੱਕ ਹਨੇਰੇ ਜਿਹੇ ਕਮਰੇ 'ਚ ਬਹੁਤ ਹੀ ਹੌਲੀ ਆਵਾਜ਼ ਦੇ ਵਿੱਚ ਬੋਲੀ ਜਾਂਦੀ ਹੈ। ਕਵਿਤਰੀ ਕਹਿੰਦੀ ਹੈ ਕਿ ਜਿਹੜੀ ਅਸੀਂ ਕਨਫੈਸ਼ਨ ਵੀ ਕਰਦੇ ਹਾਂ ਨਾ ਪਰਮਾਤਮਾ ਦੇ ਅੱਗੇ, ਉਹ ਵੀ ਢੋਂਗੀ ਕਰਦੇ ਹਾਂ। ਇੱਕ ਡਾਰਕ ਜਿਹੇ ਰੂਮ 'ਚ ਜਾ ਕੇ ਅਸੀਂ ਕਨਫੈਸ ਕਰਦੇ ਹਾਂ, ਉਹ ਵੀ ਬਹੁਤ ਹੀ ਹੌਲੀ ਆਵਾਜ਼ 'ਚ। ਸਾਨੇ ਕੋਈ ਚੀਜ਼ ਨੂੰ ਕਨਫੈਸ ਕਰਨਾ ਹੈ ਕਿ ਹਾਂ ਸਾਡੇ ਤੋਂ ਗਲਤੀ ਹੋ ਗਈ, ਤਾਂ ਸਾਨੂੰ ਖੁੱਲ੍ਹ ਕੇ ਕਰਨਾ ਚਾਹੀਦਾ, ਸਾਨੂੰ ਓਪਨ ਵਾਇਸ 'ਚ ਕਰਨਾ ਚਾਹੀਦਾ। ਇਹ ਕੀ ਮਤਲਬ ਹੋਇਆ ਕਿ ਅਸੀਂ ਪਹਿਲਾਂ ਤਾਂ ਗਲਤੀਆਂ ਕਰੀਏ,
ਪਾਪ ਕਰੀਏ ਅਤੇ ਫਿਰ ਇੱਕ ਡਾਰਕ ਜਿਹੇ ਰੂਮ 'ਚ, ਜਿਸ ਨੂੰ ਅਸੀਂ ਕਨਫੈਸ਼ਨਲ ਰੂਮ ਕਹਿੰਦੇ ਹਾਂ, ਉਸ ਦੇ ਵਿੱਚ ਜਾ ਕੇ ਅਸੀਂ ਬਹੁਤ ਹੀ ਹੌਲੀ ਆਵਾਜ਼ 'ਚ ਪ੍ਰੀਸਟ ਨੂੰ ਕਹੀਏ ਕਿ ਮੇਰੇ ਤੋਂ ਗਲਤੀ ਹੋ ਗਈ, ਮੈਨੂੰ ਪਰਮਾਤਮਾ ਵੱਲੋਂ ਮਾਫੀ ਦਿਵਾ ਦਿਓ। ਤਾਂ ਇਹ ਤਾਂ ਕੋਈ ਗੱਲ ਨਹੀਂ ਹੋਈ, ਇਹ ਤਾਂ ਇੱਕ ਤਰ੍ਹਾਂ ਦਾ ਲਾਇਸੈਂਸ ਹੋ ਗਿਆ ਤੁਹਾਡੇ ਲਈ ਕਿ ਤੁਸੀਂ ਪਹਿਲਾਂ ਤਾਂ ਗਲਤੀਆਂ ਕਰੋ, ਪਾਪ ਕਰੋ, ਬਾਅਦ 'ਚ ਤੁਸੀਂ ਆਪਣਾ ਜਾ ਕੇ ਉਸ ਰੂਮ ਦੇ ਵਿੱਚ, ਉਸ ਡਾਰਕ ਜਿਹੇ ਰੂਮ 'ਚ ਹੌਲੀ ਆਵਾਜ਼ ਜਾ ਕੇ ਕਹਿ ਦਿਓ ਕਿ ਜੀ ਮੇਰੇ ਤੋਂ ਤਾਂ ਗਲਤੀ ਹੋ ਗਈ, ਮੈਨੂੰ ਮਾਫ ਕਰੋ। ਫਿਰ ਕਵਿਤਰੀ ਇੱਕ ਹੋਰ ਐਗਜ਼ਾਮਪਲ ਦਿੰਦੀ ਹੈ ਜੀ, ਦ ਪੈਟਰੀਓਟਸ ਹੈਵ ਸਰਵਾਈਵਡ ਦੇਅਰ ਲੌਂਗ ਫਾਸਟ। ਹੁਣ ਇੱਥੇ ਪੈਟਰੀਓਟ ਬੱਚਿਓ ਦੇਸ਼ ਭਗਤਾਂ ਨੂੰ ਕਿਹਾ ਜਾਂਦਾ ਹੈ, ਜੋ ਆਪਣੇ ਆਪ ਨੂੰ ਦੇਸ਼ ਭਗਤ ਕਹਿੰਦੇ ਨੇ। ਹਾਲਾਂਕਿ ਇੱਥੇ ਵੀ ਕਵਿਤਰੀ ਇੱਕ ਤਰ੍ਹਾਂ ਨਾਲ ਸੈਟਾਇਰ ਕਰ ਰਹੀ ਹੈ, ਵਿਅੰਗ ਕਰ ਰਹੀ ਹੈ ਇਹਨਾਂ ਦੇਸ਼ ਭਗਤਾਂ 'ਤੇ। ਹੁਣ ਅੱਜ ਕੱਲ੍ਹ ਕਈ ਇਨਸਾਨ ਕੀ ਕਰਦੇ ਨੇ ਜੀ, ਆਪਣੀ ਦੇਸ਼ ਭਗਤੀ ਦਿਖਾਉਣ ਦੇ ਲਈ ਲੰਬੇ ਸਾਰੇ ਵਰਤ ਰੱਖਦੇ ਨੇ, ਲੌਂਗ ਫਾਸਟ, ਭੁੱਖ ਹੜਤਾਲ 'ਤੇ ਚਲੇ ਜਾਂਦੇ ਨੇ, 8-8 ਦਿਨ, 10-10 ਦਿਨ, 15-15 ਦਿਨ, ਮਹੀਨਾ ਵੀ ਬੈਠੇ ਰਹਿੰਦੇ ਨੇ ਅਤੇ ਇਹ ਸ਼ੋਅ ਕਰਦੇ ਨੇ, ਦੇਖੋ ਜੀ ਅਸੀਂ ਇੰਨੀ ਦੇਰ ਤੋਂ ਭੁੱਖੇ ਬੈਠੇ ਹਾਂ। ਫਿਰ ਉਹ ਪਬਲਿਸਿਟੀ ਖੱਟ ਜਾਂਦੇ ਨੇ, ਪ੍ਰਸਿੱਧੀ ਖੱਟ ਜਾਂਦੇ ਨੇ ਅਤੇ ਬਾਅਦ ਦੇ ਵਿੱਚ ਉਹਨਾਂ ਦਾ ਜਦੋਂ ਮਨੋਰਥ ਪੂਰਾ ਹੋ ਜਾਂਦਾ ਹੈ, ਫਿਰ ਉਹ ਰਾਜਨੀਤੀ 'ਚ ਆ ਜਾਂਦੇ ਨੇ। ਤਾਂ ਇੱਥੇ ਕਵਿਤਰੀ ਇਹ ਕਹਿਣਾ ਚਾਹੁੰਦੀ ਹੈ ਕਿ ਜਿਹੜੇ ਢੋਂਗੀ ਦੇਸ਼ ਭਗਤ ਨੇ ਇਹ ਤਾਂ ਸਰਵਾਈਵ ਕਰ ਜਾਂਦੇ ਨੇ। ਸਰਵਾਈਵ ਦਾ ਮਤਲਬ ਔਖਾ ਟਾਈਮ ਕੱਟ ਜਾਂਦੇ ਨੇ ਆਪਣੇ ਲੌਂਗ ਫਾਸਟ ਦੇ ਵਿੱਚੋਂ, ਜਿਹੜੀ ਉਹਨਾਂ ਨੇ ਭੁੱਖ ਹੜਤਾਲ ਕੀਤੀ ਹੈ, ਲੰਬੀ ਭੁੱਖ ਹੜਤਾਲ ਕੀਤੀ ਹੈ, ਉਹਨੂੰ ਉਹ ਸਰਵਾਈਵ ਕਰ ਜਾਂਦੇ ਨੇ, ਉਹ ਤੋਂ ਬਚ ਜਾਂਦੇ ਨੇ। ਪਰ ਦ ਚਿਲਡਰਨ ਆਫ ਦ ਪੂਲ ਹੈਵ ਨਾਟ ਬੀਨ ਸੋ ਲੱਕੀ। ਇੱਥੇ ਬੱਚਿਓ ਪੂਲ ਸ਼ਬਦ ਨਹੀਂ ਆਉਣਾ ਚਾਹੀਦਾ, ਮੇਰੇ ਹਿਸਾਬ ਨਾਲ ਇੱਥੇ ਪੂਅਰ ਆਉਣਾ ਚਾਹੀਦਾ ਕਿ ਜਿਹੜੇ ਪੂਅਰ ਗਰੀਬ ਲੋਕਾਂ ਦੇ ਬੱਚੇ ਨੇ ਉਹ ਇੰਨੇ ਲੱਕੀ ਨਹੀਂ ਹੁੰਦੇ। ਵੀ ਹੇਅਰ ਸਾਨੂੰ ਇਹ ਪਤਾ ਲੱਗਦਾ ਹੈ ਕਿ ਜਿਹੜੇ ਗਰੀਬ ਲੋਕਾਂ ਦੇ ਬੱਚੇ ਨੇ ਉਹ ਜਦੋਂ ਵਿਚਾਰੇ ਭੁੱਖੇ ਰਹਿੰਦੇ ਨੇ ਮਹੀਨਾ 15-15 ਦਿਨ ਜਾਂ ਬਹੁਤ ਜ਼ਿਆਦਾ ਦੇਰ ਉਹ ਵਿਚਾਰੇ ਭੁੱਖੇ ਰਹਿੰਦੇ ਨੇ, ਤਾਂ ਉਹ ਤਾਂ ਵਿਚਾਰੇ ਬਚਦੇ ਨਹੀਂ, ਉਹ ਤਾਂ ਸਰਵਾਈਵ ਨਹੀਂ ਕਰਦੇ, ਉਹ ਤਾਂ ਇੰਨੇ ਲੱਕੀ ਨਹੀਂ ਹੁੰਦੇ। ਇਹ ਪੈਟਰੀਓਟਸ ਕਿਵੇਂ ਇੰਨੇ ਲੱਕੀ ਨੇ ਕਿ ਉਹ ਬਚ ਜਾਂਦੇ ਨੇ ਆਪਣੀਆਂ ਭੁੱਖ ਹੜਤਾਲਾਂ ਤੋਂ, ਜਦ ਕਿ ਇੱਕ ਗਰੀਬ ਦਾ ਬੱਚਾ ਜਦੋਂ ਥੋੜ੍ਹੇ ਦਿਨ ਵੀ ਭੁੱਖਾ ਰਹਿ ਜਾਂਦਾ ਹੈ ਉਹਦੀ ਤਾਂ ਡੈਥ ਹੋ ਜਾਂਦੀ ਹੈ। ਤਾਂ ਇੱਥੇ ਫਿਰ ਬੱਚਿਓ ਸਮਾਜ ਦੇ ਉੱਪਰ ਵਿਅੰਗ ਕੀਤਾ ਜਾ ਰਿਹਾ ਹੈ ਕਵਿਤਰੀ ਵੱਲੋਂ ਕਿ ਇਹਦਾ ਮਤਲਬ ਜਿਹੜੇ ਇਹ ਆਪਣੇ ਆਪ ਨੂੰ ਪੈਟਰੀਓਟਸ ਕਹਾਉਂਦੇ ਹੈ, ਜਿਹੜੇ ਆਪਣੇ ਆਪ ਨੂੰ ਸੱਚੇ ਦੇਸ਼ ਭਗਤ ਕਹਾਉਂਦੇ ਨੇ, ਇਹ ਫਿਰ ਇਹਦਾ ਮਤਲਬ ਇਹ ਪਖੰਡੀ ਨੇ, ਹਿਪੋਕ੍ਰਿਟਸ ਨੇ, ਢੋਂਗੀ ਨੇ, ਢੋਂਗੀ ਕਰਦੇ ਨੇ, ਕਿਉਂਕਿ ਇੰਨੀ ਦੇਰ ਤੱਕ ਇੱਕ ਗਰੀਬ ਦਾ ਬੱਚਾ ਤਾਂ ਭੁੱਖਾ ਰਹਿ ਨਹੀਂ ਸਕਦਾ। ਆ ਪਿਟੀ, ਕਿੰਨੀ ਦਰਦ ਦੀ ਗੱਲ ਹੈ। ਇੱਥੇ ਕਵਿਤਰੀ ਇਹੀ ਕਹਿਣਾ ਚਾਹੁੰਦੀ ਹੈ ਕਿ ਦ ਸਿਟੀ ਮੌਗਸ ਆਰ ਫੁੱਲ ਆਫ ਅਨਕਲੇਮਡ ਕੈਡੇਵਰਸ। ਯੈਸ, ਤਾਂ ਬੱਚਿਓ ਇੱਥੇ ਸ਼ਬਦ ਆਇਆ ਹੈ ਇਸ ਲਾਈਨ 'ਚ ਮੌਰਗ, ਜਿਸ ਨੂੰ ਆਪਾਂ ਮੌਚਰੀ ਵੀ ਕਹਿੰਦੇ ਹਾਂ। ਤਾਂ ਇਹ ਇੱਕ ਅਜਿਹੀ ਬਿਲਡਿੰਗ ਹੁੰਦੀ ਹੈ ਬੱਚਿਓ ਜਿਸ ਦੇ ਵਿੱਚ ਡੈਡ ਬੋਡੀਜ਼ ਨੂੰ ਰੱਖਿਆ ਜਾਂਦਾ ਹੈ ਅੰਟਿਲ ਬਿਊਰੀਅਲ ਔਰ ਕ੍ਰੀਮੇਸ਼ਨ। ਦਾਹ ਸੰਸਕਾਰ ਤੋਂ ਪਹਿਲਾਂ ਤੱਕ ਉਸ ਕਮਰੇ ਦੇ ਵਿੱਚ ਡੈਡ ਬੋਡੀ ਨੂੰ ਰੱਖਿਆ ਜਾਂਦਾ, ਤਾਂ ਉਸ ਰੂਮ ਨੂੰ ਆਪਾਂ ਮੌਰਗ ਜਾਂ ਮੌਰਚਰੀ ਕਹਿੰਦੇ ਹਾਂ। ਤਾਂ ਸ਼ਬਦ ਇੱਕ ਕੈਡੇਵਰ ਵੀ ਆਇਆ, ਕੈਡੇਵਰ ਨੂੰ ਅਸੀਂ ਕੌਪਸ ਜਾਂ ਡੈਡ ਬੋਡੀ ਆਫ ਅ ਪਰਸਨ, ਜਿਸ ਨੂੰ ਆਪਾਂ ਲਾਸ਼ ਕਹਿੰਦੇ ਹਾਂ ਜੀ, ਉਸ ਨੂੰ ਕਿਹਾ ਜਾਂਦਾ ਹੈ। ਹੁਣ ਇੱਥੇ ਕਵਿਤਰੀ ਕਹਿ ਰਹੀ ਹੈ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਜਿਹੜੀ ਸ਼ਹਿਰ ਦੀਆਂ ਮੌਗਸ ਨੇ, ਸ਼ਹਿਰ ਦੀਆਂ ਮੌਰਚਰੀਜ਼ ਨੇ, ਇਹ ਕਮਰੇ ਜਿਹੜੇ ਜਿਨ੍ਹਾਂ ਦੇ ਵਿੱਚ ਡੈਡ ਬੋਡੀਜ਼ ਰੱਖਿਆ ਜਾਂਦੀਆਂ, ਇਹ ਭਰੀਆਂ ਹੋਈਆਂ ਅਜਿਹੀਆਂ ਲਾਸ਼ਾਂ ਦੇ ਨਾਲ ਜਿਨ੍ਹਾਂ ਨੂੰ ਕੋਈ ਕਲੇਮ ਹੀ ਨਹੀਂ ਕਰਦਾ, ਅਨਕਲੇਮਡ, ਜਿਨ੍ਹਾਂ ਦਾ ਕੋਈ ਵਾਲੀ ਵਾਰਸ ਹੀ ਨਹੀਂ ਹੈ। ਕੈਡੇਵਰਸ ਮੈਂ ਤੁਹਾਨੂੰ ਦੱਸਿਆ ਹੈ ਕਿ ਡੈਡ ਬੋਡੀ ਨੂੰ ਕਿਹਾ ਜਾਂਦਾ ਹੈ। ਤਾਂ ਇਹ ਲਾਸ਼ਾਂ ਕਿਹਦੀਆਂ ਨੇ ਜੀ? ਉਹਨਾਂ ਗਰੀਬ ਲੋਕਾਂ ਦੀਆਂ ਹੀ ਲਾਸ਼ਾਂ ਨੇ ਜਿਨ੍ਹਾਂ ਨੂੰ ਵਿਚਾਰਿਆਂ ਨੂੰ ਖਾਣ ਨੂੰ ਨਹੀਂ ਮਿਲਿਆ, ਕਿੰਨੀ ਦੇਰ ਉਹ ਭੁੱਖੇ ਰਹੇ ਤੇ ਉਹ ਬਚ ਨਹੀਂ ਪਾਏ, ਲੱਕੀ ਨਹੀਂ ਸੀ ਵਿਚਾਰੇ ਉਹ। ਤਾਂ ਉਹਨਾਂ ਦੀਆਂ ਲਾਸ਼ਾਂ ਦੇ ਨਾਲ ਸਾਡੀਆਂ ਜਿਹੜੀਆਂ ਸ਼ਹਿਰਾਂ ਦੀਆਂ ਮੌਰਚਰੀਜ਼ ਨੇ, ਮੌਗਸ ਨੇ, ਉਹ ਭਰੀਆਂ ਹੋਈਆਂ ਨੇ। ਯੈਸ, God is in his heaven and all is right with this stinking world। ਹਾਂ, ਕਹਿੰਦੇ ਜਿਹੜਾ ਪਰਮਾਤਮਾ ਹੈ ਉਹ ਆਪਣੇ ਹੈਵਨ 'ਚ ਬੈਠਾ ਹੈ, ਆਪਣੇ ਸਵਰਗ 'ਚ ਬੈਠਾ ਹੈ। ਆਪਾਂ ਤਾਂ ਮੰਨਦੇ ਹਾਂ ਨਾ ਕਿ ਸਵਰਗ ਦੇ ਵਿੱਚ ਹੀ ਪਰਮਾਤਮਾ ਦਾ ਨਿਵਾਸ ਹੈ। ਉਹ ਆਪਣੇ ਹੈਵਨ 'ਚ ਬੈਠਾ ਹੈ ਅਤੇ ਉਸ ਦੇ ਲਈ ਸਾਰਾ ਕੁਝ ਠੀਕ ਹੈ। ਆਲ ਇਜ਼ ਰਾਈਟ, ਸਾਰਾ ਕੁਝ ਠੀਕ ਹੈ ਵਿਦ ਹਿਸ ਸਟਿੰਕਿੰਗ ਵਰਲਡ, ਇਸ ਸਟਿੰਕਿੰਗ ਵਰਲਡ ਦੇ ਵਿੱਚ। ਨਾ ਇੱਥੇ ਸਟਿੰਕਿੰਗ ਦਾ ਮਤਲਬ ਬੱਚਿਓ ਹੈ ਰੋਟਨ, ਇਹ ਤੁਹਾਡੀ ਗਲੋਸਰੀ 'ਚ ਵੀ ਲਿਖਿਆ ਹੋਇਆ ਹੈ। ਸਟਿੰਕਿੰਗ ਦਾ ਮਤਲਬ ਹੁੰਦਾ ਬੱਚਿਓ ਰੋਟਨ, ਖਰਾਬ ਹੋਇਆ, ਵੈਰੀ ਬੈਡ, ਬਹੁਤ ਹੀ ਬੁਰਾ, ਅਨਪਲੈਜ਼ੈਂਟ, ਬਹੁਤ ਹੀ ਜ਼ਿਆਦਾ ਭੱਦਾ, ਹੌਰੀਬਲ, ਫਾਊਲ ਸਮੈਲਿੰਗ, ਜਿਸ ਦੇ ਵਿੱਚੋਂ ਬਹੁਤ ਹੀ ਭੈੜੀ ਜੀ ਸਮੈਲ ਆਵੇ, ਅਸੀਂ ਉਸ ਨੂੰ ਸਟਿੰਕਿੰਗ ਕਹਿੰਦੇ। ਤਾਂ ਪੋਇਟਸ ਕੀ ਕਹਿਣਾ ਚਾਹੁੰਦੀ ਹੈ ਕਿ ਪਰਮਾਤਮਾ ਦਾ ਆਪਣੇ ਹੈਵਨ 'ਚ ਬੈਠਾ ਹੈ, ਉਹਨੂੰ ਤਾਂ ਐਂ ਲੱਗਦਾ ਹੈ ਕਿ ਸਾਰਾ ਕੁਝ ਠੀਕ ਹੈ। ਹਾਂ, ਸਾਰਾ ਕੁਝ ਠੀਕ ਹੈ, ਪਰ ਇਹ ਸੰਸਾਰ ਕੀ ਹੈ? ਰੋਟਨ ਵਰਲਡ ਬਣ ਗਿਆ, ਇੱਕ ਅਜਿਹਾ ਸੰਸਾਰ ਬਣ ਗਿਆ ਜਿਸ ਦੇ ਵਿੱਚ ਅਜਿਹੀ ਭੈੜੀ ਸਮੈਲ ਆ ਰਹੀ ਹੈ, ਇੰਨਾ ਬੇਕਾਰ ਬਣ ਗਿਆ ਕਿ ਇੱਥੇ ਰਹਿਣਾ ਵੀ ਇਨਸਾਨਾਂ ਦਾ ਔਖਾ ਹੋਇਆ ਹੋਇਆ। ਤਾਂ ਸਟੂਡੈਂਟ, ਜਿਹੜੀਆਂ ਲਾਸਟ ਦੀਆਂ 2 ਲਾਈਨਸ ਹੈ ਇਹਨਾਂ ਦੇ ਵੱਲ ਮੈਂ ਤੁਹਾਡਾ ਧਿਆਨ ਦੁਬਾਰਾ ਤੋਂ ਦਿਵਾਉਣਾ ਚਾਹੂੰਗਾ, ਕਿਉਂਕਿ ਇਹ 2 ਲਾਈਨਸ ਸਾਡੇ ਬਹੁਤ ਹੀ ਇੱਕ ਮਸ਼ਹੂਰ ਪੋਇਟ ਹੋਏ ਨੇ, ਰੋਬਰਟ ਬਰਾਉਨਿੰਗ। ਤਾਂ ਉਹਨਾਂ ਦਾ ਬੱਚਿਓ ਇੱਕ ਵਰਸ ਡਰਾਮਾ ਹੈ ਪੀਪਾ ਪੈਸੇਜ, ਉਸ ਦੇ ਵਿੱਚ ਬਹੁਤ ਸਾਰੇ ਸੌਂਗਸ ਨੇ। ਤਾਂ ਇੱਕ ਸੌਂਗ ਦੇ ਵਿੱਚ ਇਹ 2 ਲਾਈਨਸ ਆਉਂਦੀਆਂ ਨੇ, ਬਿਲਕੁਲ ਇਹੋ ਜਿਹੀਆਂ ਲਾਈਨਸ ਆਉਂਦੀਆਂ ਨੇ, ਬਟ ਉਹ ਥੋੜ੍ਹੀਆਂ ਚੇਂਜ ਨੇ। ਉਹ ਨੇ ਕਿ ਗੋਡਸ ਇਨ ਹਿਜ਼ ਹੈਵਨ ਐਂਡ ਆਲ ਇਜ਼ ਰਾਈਟ ਵਿਦ ਦਿਸ ਵਰਲਡ। ਉਹੀ ਲਾਈਨਸ ਬੱਚਿਓ ਕਮਲਾ ਦਾਸ ਨੇ ਲਈਆਂ ਨੇ
ਲੇਕਿਨ ਉਹਨਾਂ ਨੇ ਇੱਕ ਸ਼ਬਦ ਵਿੱਚ ਪਾਤਾ, ਉਹ ਪਾਇਆ ਜੀ ਸਟਿੰਕਿੰਗ। ਤਾਂ ਬਾਕੀ ਸਾਰੇ ਵਰਡਸ ਗੋਡ ਇਜ਼ ਇਨ ਹਿਜ਼ ਹੈਵਨ ਐਂਡ ਆਲ ਇਜ਼ ਰਾਈਟ ਵਿਦ ਦਿਸ ਵਰਲਡ, ਇਹ ਜਿਹੜੀਆਂ ਲਾਈਨਸ ਨੇ ਰੋਬਰਟ ਬਰਾਉਨਿੰਗ ਨੇ ਲਿਖੀਆਂ ਹੋਈਆਂ ਨੇ ਪੀਪਾ ਪੈਸੇਜ ਦੇ ਇੱਕ ਸੌਂਗ ਦੇ ਵਿੱਚ। ਲੇਕਿਨ ਸਾਡੀ ਪੋਇਟੈਸ ਨੇ ਇੱਕ ਵਰਡ ਵਿੱਚ ਪਾਤਾ ਸਟਿੰਕਿੰਗ। ਸਟਿੰਕਿੰਗ ਦਾ ਮਤਲਬ ਰੋਟਨ, ਬੇਕਾਰ ਹੋਇਆ ਹੋਇਆ, ਖਰਾਬ ਹੋਇਆ ਹੋਇਆ। ਤਾਂ ਪੋਇਟੈਸ ਇੱਥੇ ਕਹਿਣਾ ਕੀ ਚਾਹੁੰਦੀ ਹੈ? ਪੋਇਟੈਸ ਇੱਥੇ ਇਹ ਕਹਿਣਾ ਚਾਹੁੰਦੀ ਹੈ, ਤਾਂ ਰੋਬਰਟ ਬਰਾਉਨਿੰਗ ਨੇ ਜਦੋਂ ਇਹ ਲਾਈਨਸ ਲਿਖੀਆਂ ਸੀ ਉਸ ਸਮੇਂ ਸੰਸਾਰ ਵਧੀਆ ਸੀ, ਉਸ ਸਮੇਂ ਵਾਕਈ ਪਰਮਾਤਮਾ ਦਾ ਜੋ ਬਣਾਇਆ ਹੋਇਆ ਸੰਸਾਰ ਸੀ ਸਭ ਕੁਝ ਉਸ 'ਚ ਸਹੀ ਸੀ। ਪਰੰਤੂ ਅੱਜ ਦੇ ਸੰਸਾਰ 'ਚ ਦੇਖੋ, ਪੋਇਮ ਦੇ ਸ਼ੁਰੂ 'ਚ ਦੇਖੋ ਉਸਨੇ ਕੀ ਲਿਖਿਆ, ਟੂਡੇ ਅਜੋਕੇ ਸੰਸਾਰ ਦੇ ਵਿੱਚ ਸਭ ਕੁਝ ਠੀਕ ਨਹੀਂ ਹੈ। ਪਰਮਾਤਮਾ ਤਾਂ ਅੱਜ ਵੀ ਹੈਵਨ 'ਚ ਬੈਠਾ ਹੈ, ਪਰਮਾਤਮਾ ਤਾਂ ਅੱਜ ਵੀ ਸਵਰਗ 'ਚ ਹੀ ਹੈ, ਪਰੰਤੂ ਉਸਦਾ ਬਣਾਇਆ ਹੋਇਆ ਸੰਸਾਰ ਹੁਣ ਸਟਿੰਕਿੰਗ ਹੋ ਚੁੱਕਿਆ, ਰੋਟਨ ਹੋ ਚੁੱਕਿਆ, ਅਨਪਲੈਜ਼ੈਂਟ ਹੋ ਚੁੱਕਿਆ, ਵੈਰੀ ਬੈਡ, ਇੰਨਾ ਜ਼ਿਆਦਾ ਪੈੜਾ ਹੋ ਚੁੱਕਿਆ ਕਿ ਇੱਥੇ ਗਰੀਬ ਲੋਕਾਂ ਦਾ, ਮਾਸੂਮ ਲੋਕਾਂ ਦਾ, ਲਾਚਾਰ ਲੋਕਾਂ ਦਾ ਜੀਵਨ ਮੁਸ਼ਕਿਲ ਹੋ ਗਿਆ। ਕਿਉਂ? ਕਿਉਂਕਿ ਉਹ ਅਜਿਹੇ ਹਿਪੋਕ੍ਰਿਟਸ, ਅਜਿਹੇ ਢੋਂਗੀ ਲੋਕਾਂ ਦੇ ਚੱਕਰਾਂ 'ਚ ਉਲਝੇ ਹੋਏ ਨੇ ਜਿਨ੍ਹਾਂ ਦੇ ਵਿੱਚੋਂ ਉਹਨਾਂ ਨੂੰ ਕਿਸੇ ਪਾਸੇ ਜਾਣ ਦਾ ਕੋਈ ਸਾਧਨ ਨਜ਼ਰ ਨਹੀਂ ਆਉਂਦਾ। ਤਾਂ ਸਟੂਡੈਂਟਸ, ਇਸੇ ਨਾਲ ਹੀ ਸਾਡਾ ਅੱਜ ਦਾ ਵੀਡੀਓ ਖਤਮ ਹੁੰਦਾ ਹੈ। ਉਮੀਦ ਹੈ ਕਿ ਬੱਚਿਓ ਤੁਹਾਨੂੰ ਪੂਰੀ ਦੀ ਪੂਰੀ ਪੋਇਮ ਸਮਝ ਆ ਗਈ ਹੋਏਗੀ। ਜੇਕਰ ਫਿਰ ਵੀ ਤੁਹਾਡਾ ਕੋਈ ਡਾਊਟ ਹੈ ਤਾਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ। ਵੀਡੀਓ ਦੇ ਅੰਤ ਤੇ ਮੈਂ ਤੁਹਾਨੂੰ ਮੇਰੇ ਦੁਆਰਾ ਬਣਾਏ ਹੋਏ +2 ਕਲਾਸ ਇੰਗਲਿਸ਼ ਇਲੈਕਟਿਵ ਦੇ ਹੋਰ ਬਹੁਤ ਸਾਰੇ ਚੈਪਟਰਸ ਦੇ ਵੀਡੀਓ ਦੇ ਲਿੰਕ ਤੁਹਾਨੂੰ ਸਕਰੀਨ ਦੇ ਉੱਪਰ ਪ੍ਰੋਵਾਈਡ ਕਰ ਰਿਹਾ ਹਾਂ। ਨੈਕਸਟ ਵੀਡੀਓ ਦੇ ਵਿੱਚ ਆਪਾਂ ਇਸੇ ਪੋਇਮ ਦੇ ਕੁਐਸਚਨ ਆਨਸਰਸ ਡਿਸਕਸ ਕਰਾਂਗੇ। ਫਿਰ ਮਿਲਦੇ ਹਾਂ ਜੀ, ਧੰਨਵਾਦ।